ਸਵਾਗਤ ਹੈ ਜੀ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ। ਹਾਂਜੀ, ਕਿਵੇਂ ਹੋ ਤੁਸੀਂ ਸਾਰੇ? ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ। 59-94 ਦੇ ਲਈ ਜਿਹੜਾ ਆਪਾਂ ਨੇ SST ਦਾ ਲਾਸਟ ਚੈਪਟਰ ਕਵਰ ਕੀਤਾ ਸੀ, ਉਹ ਕੀਤਾ ਸੀ ਜੀ ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਤੇ ਇਹਨਾਂ ਦਾ ਪ੍ਰਭਾਵ। ਠੀਕ ਹੈ, ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸੈਕਿੰਡ ਤੇ ਥਰਡ ਚੈਪਟਰ ਕਰਨ ਵਾਲੇ ਹਾਂ, ਜਿਹੜੇ ਕਿ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਿਤ ਨੇ। ਪਹਿਲਾ ਚੈਪਟਰ ਦੇ ਵਿੱਚ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ ਬਾਰੇ ਦੱਸਿਆ ਗਿਆ ਹੈ, ਤੇ ਜਿਹੜਾ ਥਰਡ ਚੈਪਟਰ ਹੈ ਉਸ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬਾਰੇ ਦੱਸਿਆ ਗਿਆ ਹੈ। ਠੀਕ ਹੈ, ਤਾਂ ਆਓ ਡਿਟੇਲ ਦੇ ਵਿੱਚ ਆਪਾਂ ਇਹ ਟੌਪਿਕ ਕਵਰ ਕਰਾਂਗੇ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਵੀਡੀਓ ਹੈ, ਜ਼ਰੂਰ ਕਲਾਸ ਨੂੰ ਪ੍ਰੋਪਰ ਅਟੈਂਡ ਕਰਿਓ ਤਾਂ ਕਿ ਪੂਰਾ ਬੈਨੀਫਿਟ ਜਿਹੜਾ ਤੁਹਾਨੂੰ ਇਸ ਕਲਾਸ ਤੋਂ ਹੋ ਸਕੇ। ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ। ਤਾਂ ਆਪਾਂ ਥਿਊਰੀ ਦੇ ਨਾਲ ਜਿਹੜੇ MCQ ਨੇ ਉਹ ਵੀ ਨਾਲ ਜਿਹੜਾ ਸੋਲਵ ਕਰਦੇ ਜਾਵਾਂਗੇ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਹੈਡਿੰਗ ਲਿਖੋ ਜੀ ਚੈਪਟਰ ਦੀ, ਉਸ ਦੇ ਵਿੱਚ ਅੱਗੇ ਹੁਣ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲਾਂ ਦਿੱਤਾ ਗਿਆ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਜਿਹੜਾ 1469 ਦੇ ਵਿੱਚ ਹੋਇਆ। ਉਸ ਸਮੇਂ ਦੀ ਹੀ ਗੱਲਬਾਤ ਕੀਤੀ ਜਾ ਰਹੀ ਹੈ। ਉਸ ਸਮੇਂ ਜਿਹੜਾ ਰਾਜਨੀਤਿਕ ਅਤੇ ਸਮਾਜਿਕ ਅਵਸਥਾ ਜਿਹੜੀ ਹੈ ਜ਼ਿਆਦਾ ਚੰਗੀ ਨਹੀਂ ਸੀ। ਠੀਕ ਹੈ, ਤਾਂ ਇੱਥੋਂ ਹੀ ਆਪਣਾ ਜਿਹੜਾ ਟੌਪਿਕ ਹੈ ਉਹ ਸਟਾਰਟ ਹੁੰਦਾ ਹੈ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਰਾਜਨੀਤਿਕ ਅਵਸਥਾ ਦੀ। ਆਪਾਂ ਇਤਿਹਾਸ ਨੂੰ ਦੇਖਦੇ ਹਾਂ ਤਾਂ ਆਪਣਾ ਜਿਹੜਾ ਪੰਜਾਬ ਹੈ, ਤਾਂ ਜਦੋਂ ਆਪਾਂ ਪਿਛਲਾ ਇਤਿਹਾਸ ਦੇਖਦੇ ਹਾਂ ਤਾਂ ਆਪਾਂ ਨੂੰ ਪਤਾ ਲੱਗਦਾ ਹੈ ਕਿ ਆਪਣਾ ਪੰਜਾਬ ਜਿਹੜਾ ਕਈ ਰਾਜਿਆਂ ਮਹਾਰਾਜਾਂ ਦੇ ਅਧੀਨ ਰਿਹਾ ਹੈ ਕਾਫੀ ਸਮਾਂ, ਹੈ ਨਾ। ਤਾਂ ਇੱਕ ਟਾਈਮ ਇਹੋ ਜਿਹਾ ਸੀ ਜਦੋਂ ਪੰਜਾਬ ਜਿਹੜਾ ਲੋਧੀ ਸੁਲਤਾਨਾਂ ਦੇ ਅਧੀਨ ਸੀਗਾ। ਠੀਕ ਹੈ, ਲੋਧੀ ਸੁਲਤਾਨ ਇਸ 'ਤੇ ਜਿਹੜੇ ਨੇ ਰਾਜ ਕਰਦੇ ਸਨ। ਠੀਕ ਹੈ, ਅਗਰ ਕੁਐਸਚਨ ਆਵੇ ਕਿ ਇਤਿਹਾਸ ਦੇ ਵਿੱਚ ਜਿਹੜਾ ਲੋਧੀ ਸੁਲਤਾਨਾਂ ਦੇ ਅਧੀਨ ਜਦੋਂ ਪੰਜਾਬ ਰਿਹਾ ਤਾਂ ਸਭ ਤੋਂ ਪਹਿਲਾਂ ਲੋਧੀ ਸ਼ਾਸਕ ਕਿਹੜਾ ਸੀ? ਠੀਕ ਹੈ, ਜਾਂ ਲੋਧੀ ਸੁਲਤਾਨਾਂ ਦੇ ਵਿੱਚੋਂ ਮੁੱਢਲਾ ਸ਼ਾਸਕ, ਮੁੱਢਲਾ ਰਾਜਾ ਕੌਣ ਸੀ? ਤਾਂ ਉਹ ਹੈਗਾ ਸੀ ਜੀ ਬਹਿਲੋਲ ਖਾਂ ਲੋਧੀ। ਨਾਮ ਯਾਦ ਰੱਖਿਓ। ਠੀਕ ਹੈ, ਇਹ ਕੌਣ ਸਨ? ਇਹ ਦਿੱਲੀ ਦਾ ਸਮਰਾਟ ਬਣਿਆ ਸੀ। ਠੀਕ ਹੈ, ਤੇ ਇਸਨੇ ਕੀ ਕੀਤਾ ਜਦੋਂ ਆਪਣਾ ਦਿੱਲੀ ਦਾ ਸਮਰਾਟ ਬਣਿਆ ਤਾਂ ਉਸਨੇ ਜਿਹੜਾ ਤਾਤਾਰ ਖਾਨ ਨੂੰ ਪੰਜਾਬ ਦਾ ਤੇ ਨਿਜ਼ਾਮ ਖਾਨ ਕੌਣ ਹੈ? ਨਿਜ਼ਾਮ ਖਾਨ ਦਾ ਨਾਮ ਹੈ ਸਿਕੰਦਰ ਲੋਧੀ। ਠੀਕ ਹੈ, ਉਸਨੂੰ ਸਰਹੰਦ ਦਾ ਨਾਜ਼ਿਮ ਬਣਾਇਆ। ਇਸ ਕਾਪੀ ਨੂੰ ਜ਼ਰੂਰ ਦੇ ਵਿੱਚ ਨੋਟ ਕਰੋ ਕਿ ਜਿਹੜਾ ਬਹਿਲੋਲ ਖਾਨ ਲੋਧੀ ਹੈ ਉਸਨੇ ਤਾਤਾਰ ਖਾਨ ਨੂੰ ਪੰਜਾਬ ਦਾ ਜਿਹੜਾ ਰਾਜਾ ਬਣਾਇਆ ਸੀ, ਨਾਜ਼ਿਮ ਬਣਾਇਆ ਸੀ, ਤੇ ਜਿਹੜਾ ਸਿਕੰਦਰ ਲੋਧੀ ਹੈ ਯਾਨੀ ਕਿ ਨਿਜ਼ਾਮ ਖਾਨ ਉਸਨੂੰ ਜਿਹੜਾ ਸਰਹੰਦ ਦਾ ਨਾਜ਼ਿਮ ਬਣਾਇਆ ਸੀ। ਠੀਕ ਹੈ, ਇਹ ਦੋ ਚੀਜ਼ਾਂ ਜਿਹੜਾ ਯਾਦ ਰੱਖੋ। ਤਾਂ ਦੇਖੋ ਬਹਿਲੋਲ ਖਾਨ ਲੋਧੀ ਤੋਂ ਬਾਅਦ ਸੈਕਿੰਡ ਜਿਹੜਾ ਸ਼ਾਸਕ ਆਇਆ ਉਹ ਆਇਆ ਜੀ ਸਿਕੰਦਰ ਲੋਧੀ। ਠੀਕ ਹੈ, ਜਿਸਨੂੰ ਕਿ ਸਰਹੰਦ ਦਾ ਨਾਜ਼ਿਮ ਬਣਾਇਆ ਗਿਆ ਸੀ। ਤਾਂ ਬਹਿਲੋਲ ਲੋਧੀ ਦੀ ਮੌਤ ਤੋਂ ਬਾਅਦ ਜਦੋਂ ਸਿਕੰਦਰ ਲੋਧੀ ਦਿੱਲੀ ਦਾ ਬਾਦਸ਼ਾਹ ਬਣਿਆ ਤਾਂ ਉਦੋਂ ਕੀ ਸੀਗਾ? ਉਸ ਵੰਸ਼ ਦਾ, ਲੋਧੀ ਵੰਸ਼ ਦਾ ਉਹ ਸਭ ਤੋਂ ਪ੍ਰਸਿੱਧ ਬਾਦਸ਼ਾਹ ਮੰਨਿਆ ਜਾਂਦਾ ਹੈ। ਕੌਣ? ਸਿਕੰਦਰ ਲੋਧੀ। ਇਹਨੂੰ ਜ਼ਰੂਰ ਸਟਾਰ ਮਾਰਕ ਕਰਿਓ ਕਿ ਜਿਹੜਾ ਸਿਕੰਦਰ ਲੋਧੀ ਹੈ ਉਹ ਲੋਧੀ ਵੰਸ਼ ਦਾ ਸਭ ਤੋਂ ਪ੍ਰਸਿੱਧ ਬਾਦਸ਼ਾਹ ਮੰਨਿਆ ਜਾਂਦਾ ਹੈ। ਉਸਨੇ ਆਪਣਾ ਜਿਹੜਾ ਰਾਜ ਪ੍ਰਬੰਧ ਹੈ ਉਸਨੂੰ ਕੇਂਦਰਿਤ ਕੀਤਾ। ਠੀਕ, ਅੱਗੇ ਜੇਕਰ ਪੜ੍ਹੀਏ ਤਾਂ ਸਿਕੰਦਰ ਲੋਧੀ ਜਿਹੜਾ ਉਹ ਪ੍ਰਜਾ ਦੀਆਂ ਸ਼ਿਕਾਇਤਾਂ ਨੂੰ ਦੂਰ ਕਰਨਾ ਆਪਣਾ ਫਰਜ਼ ਸਮਝਦਾ ਸੀ। ਉਸਦਾ ਫਰਜ਼ ਅਤੇ ਇਨਸਾਫ ਕੇਵਲ ਮੁਸਲਮਾਨਾਂ ਤੱਕ ਸੀਮਤ ਸੀ। ਠੀਕ ਹੈ, ਇਹ ਉਸਦੇ ਵਿੱਚ ਕਮੀ ਸੀ ਕਿ ਉਸਦਾ ਜਿਹੜਾ ਇਨਸਾਫ ਹੈ ਜਾਂ ਜੋ ਵੀ ਉਸਦੀਆਂ ਸੁੱਖ ਸਹੂਲਤਾਂ ਨੇ ਉਹ ਸਿਰਫ ਮੁਸਲਮਾਨਾਂ ਤੱਕ ਸੀਮਤ ਸੀ। ਉਹ ਹਿੰਦੂਆਂ ਨੂੰ ਕੀ ਕਰਦਾ ਸੀ? ਘ੍ਰਿਣਾ ਕਰਦਾ ਸੀ। ਠੀਕ ਹੈ, ਹਿੰਦੂ ਦੇਵੀ ਦੇਵਤਿਆਂ ਦੇ ਬੁੱਤਾਂ ਅਤੇ ਮੰਦਰਾਂ ਨੂੰ ਜਿਹੜਾ ਤੋੜਨਾ ਆਪਣਾ ਸ਼ੁਗਲ ਸਮਝਦਾ ਸੀ, ਆਪਣਾ ਫਰਜ਼ ਸਮਝਦਾ ਸੀ। ਉਸ ਤੋਂ ਬਾਅਦ ਥਰਡ ਆਏ ਜੀ ਇਬਰਾਹਿਮ ਲੋਧੀ। ਹੁਣ ਆਪਾਂ ਨੇ ਪਹਿਲਾਂ ਬਹਿਲੋਲ ਖਾਨ ਲੋਧੀ ਬਾਰੇ ਪੜ੍ਹਿਆ, ਸਿਕੰਦਰ ਲੋਧੀ ਬਾਰੇ ਹੁਣ ਪੜ੍ਹ ਰਹੇ ਹਾਂ ਜੀ ਇਬਰਾਹਿਮ ਲੋਧੀ। ਠੀਕ ਹੈ, ਇਬਰਾਹਿਮ ਲੋਧੀ ਦੀ ਜੇਕਰ ਗੱਲ ਕਰੀਏ ਤਾਂ ਸਿਕੰਦਰ ਲੋਧੀ ਤੋਂ ਬਾਅਦ ਇਬਰਾਹਿਮ ਲੋਧੀ ਦਿੱਲੀ ਦੇ ਤਖਤ ਉੱਤੇ ਬੈਠਿਆ। ਠੀਕ ਹੈ, ਉਸ ਵਿੱਚ ਸੂਝ ਅਤੇ ਸਿਆਣਪ ਸੀ, ਕਾਫੀ ਜ਼ਿਆਦਾ ਬਹਾਦਰ ਅਤੇ ਸਿਪਾਹੀ ਅਤੇ ਕਾਮਯਾਬ ਜਰਨੈਲ ਵੀ ਸਾਬਿਤ ਹੋਇਆ। ਭਾਵੇਂ ਉਹ ਪਠਾਨ ਸੀ ਪਰ ਜਿਹੜਾ ਉਹ ਪਠਾਨਾਂ ਦੇ ਸੁਭਾਅ ਤੇ ਆਚਰਣ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਸਕਿਆ। ਤਾਂ ਇਹ ਆਪਾਂ ਨੂੰ ਜਿਹੜੇ ਮੇਨ ਪੁਆਇੰਟਸ ਨੇ ਇਹਨਾਂ ਦੀ ਜਿਹੜੀ ਇੱਕ ਹਿੰਟ ਮਿਲ ਜਾਂਦੀ ਹੈ ਕਿ ਕਰੈਕਟਰ ਕਿੱਦਾਂ ਦਾ ਸੀ ਉਸਦਾ। ਠੀਕ ਹੈ, ਉਸਨੇ ਆਪਣੇ ਪਿਤਾ ਅਤੇ ਦਾਦੇ ਦੀ ਨੀਤੀ ਨੂੰ ਛੱਡ ਕੇ ਪਠਾਨਾਂ ਦੇ ਵਿੱਚ ਤਕੜਾ ਅਨੁਸ਼ਾਸਨ ਕਾਇਮ ਕਰਨਾ ਚਾਹਿਆ। ਪਠਾਨ ਜਿਹੜੇ ਨੇ ਸੁਭਾਅ ਤੋਂ ਪ੍ਰਜਾਤੰਤਰੀ ਸਨ। ਪ੍ਰਜਾਤੰਤਰੀ ਕਿਵੇਂ? ਡੈਮੋਕ੍ਰੇਟਿਕ। ਠੀਕ ਹੈ, ਇਸ ਲਈ ਉਹ ਇੱਕ ਬਾਦਸ਼ਾਹ ਨੂੰ ਇੱਕ ਸਰਦਾਰ ਤੋਂ ਵੱਧ ਕੁਝ ਨਹੀਂ ਸਮਝਦੇ ਸਨ। ਤੇ ਇਸ ਤੋਂ ਬਾਅਦ ਕੀ ਹੋਇਆ ਦੇਖੋ, ਜਿਹੜੇ ਉੱਥੋਂ ਦੇ ਲੋਕ ਸੀ, ਠੀਕ ਹੈ, ਉਹਨਾਂ ਨੇ ਬਗਾਵਤ ਦਾ ਝੰਡਾ ਖੜਾ ਕੀਤਾ। ਕਿਸ ਦੇ ਵਿਰੁੱਧ? ਇਬਰਾਹਿਮ ਲੋਧੀ ਦੇ ਵਿਰੁੱਧ। ਠੀਕ, ਸਿੱਟੇ ਵਜੋਂ ਕੀ ਹੋਇਆ? ਭੇਆ ਤੋਂ ਲੈ ਕੇ ਬਿਹਾਰ ਤੱਕ ਇਬਰਾਹਿਮ ਦਾ ਰਾਜ ਜਿਹੜਾ ਕੇਵਲ ਨਾਮਾਤਰ ਹੀ ਰਹਿ ਗਿਆ। ਕਹਿੰਦਾ ਭਾਵ ਇਬਰਾਹਿਮ ਦਾ ਰਾਜ ਜਿਹੜਾ ਹੌਲੀ ਖਤਮ ਹੋ ਗਿਆ। ਤਾਂ ਹੁਣ ਇਹ ਲੋਧੀ ਵੰਸ਼ ਆਪਾਂ ਨੂੰ ਦੱਸਿਆ ਗਿਆ ਹੈ ਕਿ ਸਿਕੰਦਰ ਲੋਧੀ ਦੇ ਵਿੱਚ ਕਿਸ ਟਾਈਮ ਸੀ। ਠੀਕ ਹੈ, ਬਹਿਲੋਲ ਖਾਨ ਲੋਧੀ ਸਮੇਂ ਕਿਹੋ ਜਿਹਾ ਪੰਜਾਬ ਸੀ। ਅਗਰ ਧਿਆਨ ਨਾਲ ਦੇਖੀਏ ਤਾਂ ਇਸ ਲੋਧੀ ਰਾਜ ਦੇ ਵਿੱਚ ਪੰਜਾਬ ਕੀ ਸੀ? ਇੱਕ ਸਿਰਫ ਔਰ ਸਿਰਫ ਸੂਬਾ ਸੀ, ਪਰ ਉਸ ਸਮੇਂ ਪੰਜਾਬ ਇੱਕ ਸਮੁੱਚਾ ਸੂਬਾ ਨਹੀਂ ਸੀ। ਉਹ ਲਾਹੌਰ ਅਤੇ ਮੁਲਤਾਨ ਦੋ ਸੂਬਿਆਂ ਵਿੱਚ ਵੰਡਿਆ ਹੋਇਆ ਸੀ। ਇਹ ਲਾਈਨ ਇੰਪੋਰਟੈਂਟ ਹੈ। ਠੀਕ ਹੈ, ਕੁਐਸਚਨ ਆ ਸਕਦਾ ਕਿਹੜਾ ਸਮਾਂ ਸੀ ਜਦੋਂ ਲਾਹੌਰ ਅਤੇ ਮੁਲਤਾਨ ਦੋ ਸੂਬਿਆਂ ਦੇ ਵਿੱਚ ਪੰਜਾਬ ਜਿਹੜਾ ਵੰਡਿਆ ਗਿਆ ਸੀ? ਤਾਂ ਉਹ ਹੈਗਾ ਸੀ ਜੀ ਲੋਧੀ ਵੰਸ਼ ਦਾ ਜਦੋਂ ਸਮਾਂ ਚੱਲ ਰਿਹਾ ਸੀ ਲੋਧੀ ਰਾਜ ਦੇ ਵਿੱਚ। ਠੀਕ ਹੈ, ਤਾਂ ਦੋ ਸੂਬਿਆਂ ਦੇ ਵਿੱਚ ਵੰਡਿਆ ਹੋਇਆ ਸੀ। ਕਿਹੜੇ? ਲਾਹੌਰ ਅਤੇ ਮੁਲਤਾਨ। ਤੇ ਪੰਜਾਬ ਦਾ ਸੂਬਾ ਅੱਗੇ ਹੋਰ ਛੋਟੇ ਪਰਗਨਿਆਂ ਵਿੱਚ ਵੰਡਿਆ ਹੋਇਆ ਸੀ, ਜਿਵੇਂ ਸਰਹੰਦ, ਸੁਲਤਾਨਪੁਰ। ਠੀਕ ਹੈ, ਤਾਂ ਇਸ ਤਰ੍ਹਾਂ ਹੌਲੀ ਜਿਹੜਾ ਪੰਜਾਬ ਹੈ ਉਹ ਕਦੇ ਨਾ ਕਦੇ ਕਿਸੇ ਨਾ ਕਿਸੇ ਦੇ ਅਧੀਨ ਜਿਹੜਾ ਰਿਹਾ ਹੈ। ਤਾਂ ਇਹ ਹੈਗਾ ਸੀ ਜੀ ਲੋਧੀ ਵੰਸ਼ ਦੇ ਅਧੀਨ। ਤਾਂ ਹੁਣ ਆਪਾਂ ਇਸੇ ਜੋ ਆਪਾਂ ਨੇ ਉੱਪਰ ਪੜ੍ਹਿਆ ਇਹਦੇ ਵਿੱਚੋਂ ਥੋੜ੍ਹੇ ਜਿਹੇ ਆਪਾਂ MCQ ਸੋਲਵ ਕਰ ਲੈਂਦੇ ਹਾਂ। ਹੁਣ ਸਭ ਤੋਂ ਪਹਿਲਾ ਕੁਐਸਚਨ ਆਪਣੇ ਕੋਲ, ਲੋਧੀ ਵੰਸ਼ ਦੀ ਨੀਂਹ ਕਿਸਨੇ ਰੱਖੀ ਸੀ ਜੀ? ਤਾਂ ਬਹਿਲੋਲ ਖਾਨ ਲੋਧੀ ਨੇ। ਆਪਾਂ ਨੇ ਪੜ੍ਹਿਆ ਹੈ ਨਾ ਪਹਿਲਾ ਸ਼ਾਸਕ ਕੌਣ ਸੀ? ਬਹਿਲੋਲ ਖਾਨ ਲੋਧੀ। ਤਾਂ ਤੁਹਾਨੂੰ ਨਾਮ ਯਾਦ ਹੋਣਾ ਚਾਹੀਦਾ ਹੈ। ਲੋਧੀ ਵੰਸ਼ ਦੀ ਨੀਂਹ ਜਿਹੜੀ ਹੈ ਬਹਿਲੋਲ ਖਾਨ ਲੋਧੀ ਨੇ ਰੱਖੀ ਸੀ। ਹੇਠ ਲਿਖਿਆ ਵਿੱਚੋਂ ਕਿਹੜਾ ਸ਼ਾਸਕ ਦਾ ਪਹਿਲਾ ਨਾਮ ਨਿਜ਼ਾਮ ਖਾਨ ਸੀ? ਤਾਂ ਨਿਜ਼ਾਮ ਖਾਨ ਕਿਸ ਦਾ ਨਾਮ ਸੀ ਜੀ? ਸਿਕੰਦਰ ਲੋਧੀ ਦਾ। ਬਿਲਕੁਲ, ਇਹ ਇੰਪੋਰਟੈਂਟ ਨੇ ਕੁਐਸਚਨ, ਨਾਮ ਯਾਦ ਰੱਖਿਓ। ਠੀਕ ਹੈ,
ਤਾਂ ਨਾਲ ਯਾਦ ਕਰਦੇ ਰਹੋ। ਨਿਜ਼ਾਮ ਖਾਨ ਕਿਸ ਦਾ ਨਾਮ ਸੀ? ਸਿਕੰਦਰ ਲੋਧੀ ਦਾ ਨਾਮ ਸੀ। ਥਰਡ ਕੁਐਸਚਨ ਹੈ ਜੀ, ਆਲਮ ਖਾਨ ਦਾ ਇਬਰਾਹਿਮ ਲੋਧੀ ਨਾਲ ਕੀ ਰਿਸ਼ਤਾ ਸੀ? ਤਾਂ ਜਿਹੜਾ ਆਲਮ ਖਾਨ ਸੀ ਉਹ ਜਿਹੜਾ ਚਾਚਾ ਸੀਗਾ, ਠੀਕ ਹੈ, ਇਬਰਾਹਿਮ ਲੋਧੀ ਦਾ। ਇਸ ਨੂੰ ਜ਼ਰੂਰ ਯਾਦ ਰੱਖਿਓ, ਠੀਕ ਹੈ। ਅੱਗੇ ਹੈਗਾ ਜੀ, ਦਿਲਾਵਰ ਖਾਂ ਕੌਣ ਸੀ? ਅੱਗੇ ਹੈ ਕਿ ਜਿਹੜਾ ਇਬਰਾਹਿਮ ਲੋਧੀ ਹੈ, ਠੀਕ ਹੈ। ਅੱਗੇ ਕੁਐਸਚਨ ਹੈ ਕਿ ਆਲਮ ਖਾਨ ਦਾ ਇਬਰਾਹਿਮ ਲੋਧੀ ਨਾਲ ਕੀ ਰਿਸ਼ਤਾ ਸੀ? ਤਾਂ ਚਾਚਾ ਦਾ ਰਿਸ਼ਤਾ ਸੀ, ਠੀਕ ਹੈ। ਆਲਮ ਖਾਨ ਜਿਹੜਾ ਇਬਰਾਹਿਮ ਲੋਧੀ ਦਾ ਕੀ ਸੀ? ਚਾਚਾ ਸੀ। ਉਸ ਤੋਂ ਬਾਅਦ ਦਿਲਾਵਰ ਖਾਂ ਕੌਣ ਸੀ? ਦਿਲਾਵਰ ਖਾਂ ਇਬਰਾਹਿਮ ਲੋਧੀ ਦਾ ਪੁੱਤਰ ਸੀ। ਡੈਸ਼ ਆਪਣੇ ਆਪ ਨੂੰ ਹਜ਼ਰਤ ਮੁਹੰਮਦ ਸਾਹਿਬ ਦੀ ਸਪੁੱਤਰੀ ਬੀਬਾ ਫਾਤਿਮਾ ਦੀ ਸੰਤਾਨ ਮੰਨਦੇ ਸਨ। ਇਹ ਆਪਣਾ ਅੱਗੇ ਆਏਗਾ ਕੁਐਸਚਨ, ਠੀਕ ਹੈ। ਕੌਣ ਮੰਨਦੇ ਸਨ? ਸੈਯਦ। ਇਹ ਕੁਐਸਚਨ ਆਪਣਾ ਅੱਗੇ ਆਉਣ ਵਾਲਾ ਹੈ। ਤਾਂ ਹੁਣ ਆਪਾਂ ਅੱਗੇ ਵੱਧ ਤਾਂ ਇੱਥੇ ਤੱਕ ਆਪਾਂ ਨੇ ਪੂਰਾ ਪੜ੍ਹਿਆ ਲੋਧੀ ਵੰਸ਼ ਤੱਕ, ਠੀਕ ਹੈ। ਉਸ ਤੋਂ ਬਾਅਦ ਅੱਗੇ ਸਮਾਂ ਦੱਸਿਆ ਗਿਆ ਦੌਲਤ ਖਾਂ ਲੋਧੀ ਅਤੇ ਪੰਜਾਬ ਦਾ, ਠੀਕ ਹੈ, ਕਿ ਜਿਹੜਾ ਦੌਲਤ ਖਾਂ ਲੋਧੀ ਸਮੇਂ ਪੰਜਾਬ ਕਿਸ ਤਰ੍ਹਾਂ ਦਾ ਸੀ, ਕਿਸ ਤਰ੍ਹਾਂ ਦੇ ਉਸਨੇ ਸੰਬੰਧ ਬਣਾਏ। ਤਾਂ ਸਿਕੰਦਰ ਲੋਧੀ ਨੇ ਕੀ ਕਰਿਆ ਸੀ? ਤਾਤਾਰ ਖਾਂ ਨੂੰ ਪੰਜਾਬ ਦਾ ਜਿਹੜਾ ਸੂਬੇਦਾਰ ਬਣਾਇਆ ਸੀ। ਉਸ ਦੀ ਮੌਤ ਤੋਂ ਬਾਅਦ ਕੀ ਹੋਇਆ? ਦੌਲਤ ਖਾਨ ਜਿਹੜਾ ਪੰਜਾਬ ਦਾ ਸੂਬੇਦਾਰ ਨਿਯੁਕਤ ਹੋਇਆ, ਠੀਕ ਹੈ। ਕੌਣ ਸੀ ਇਹ ਹੈਗਾ ਸੀ ਜੀ ਤਾਤਾਰ ਖਾਂ ਦਾ ਪੁੱਤਰ। ਕੌਣ? ਦੌਲਤ ਖਾਂ, ਠੀਕ ਹੈ। ਇਹ ਜਿਹੜਾ ਨਿਯੁਕਤ ਹੋਇਆ। ਉਸ ਤੋਂ ਬਾਅਦ ਹੈਗਾ ਕਿ ਜਦੋਂ ਤੱਕ ਸਿਕੰਦਰ ਲੋਧੀ ਠੀਕ ਰਿਹਾ, ਜਿਉਂਦਾ ਰਿਹਾ, ਤਾਂ ਉਦੋਂ ਤੱਕ ਦੌਲਤ ਖਾਂ ਜਿਹੜਾ ਬਿਲਕੁਲ ਵਫਾਦਾਰ ਸੀ। ਲੇਕਿਨ ਉਸ ਦੀ ਮੌਤ ਹੋਣ ਤੋਂ ਬਾਅਦ ਜਿਹੜਾ ਇਬਰਾਹਿਮ ਲੋਧੀ ਦੇ ਕਠੋਰ, ਸ਼ੱਕੀ, ਘਮੰਡੀ ਸੁਭਾਅ ਨੇ ਜਿਹੜਾ ਦੌਲਤ ਖਾਂ ਨੂੰ ਉਸਨੂੰ ਜਿਹੜਾ ਘਿਰਨਾ ਕਰਨ ਲਾ ਦਿੱਤਾ। ਮਤਲਬ ਉਹ ਅੰਦਰੋਂ ਅੰਦਰ ਜੈਲਸ ਫੀਲ ਕਰਨ ਲੱਗ ਗਿਆ ਸੀ, ਠੀਕ ਹੈ। ਤਾਂ ਉਸਨੇ ਕੀ ਕੀਤਾ? ਦੌਲਤ ਖਾਂ ਲੋਧੀ ਨੇ ਉਸਨੇ ਇਬਰਾਹਿਮ ਲੋਧੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਠੀਕ ਹੈ। ਉਸਦੇ ਅੰਦਰੋਂ ਅੰਦਰ ਜਿਹੜੀ ਹੈ ਆਪਣੀਆਂ ਉਹ ਬਣਾਉਣ ਲੱਗ ਗਿਆ, ਸਾਜ਼ਿਸ਼ਾਂ ਬਣਾਉਣ ਲੱਗ ਗਿਆ ਕਿ ਉਸਨੂੰ ਜਿਹੜਾ ਖਤਮ ਕੀਤਾ ਜਾ ਸਕੇ ਕਿਸੇ ਤਰ੍ਹਾਂ ਦੇ ਨਾਲ। ਉਹਨਾਂ ਦੇ ਵਿੱਚ ਕੀ ਹੋਇਆ? ਜਿਹੜਾ ਆਲਮ ਖਾਨ ਸੀ ਯਾਨੀ ਕਿ ਇਬਰਾਹਿਮ ਲੋਧੀ ਦਾ ਚਾਚਾ, ਤਾਂ ਉਹ ਵੀ ਦਿੱਲੀ ਦਾ ਜਿਹੜਾ ਤਖਤ ਪ੍ਰਾਪਤ ਕਰਨਾ ਚਾਹੁੰਦਾ ਸੀ। ਤੇ ਦਿੱਲੀ ਕਿਸ ਦੇ ਕੋਲ ਸੀ? ਇਬਰਾਹਿਮ ਲੋਧੀ ਕੋਲ। ਤਾਂ ਕੀ ਕਰਿਆ ਉਹਨਾਂ ਨੇ? ਜਿਹੜਾ ਦੌਲਤ ਖਾਂ ਲੋਧੀ ਸੀ ਪਲੱਸ ਜਿਹੜਾ ਆਲਮ ਖਾਨ ਸੀ, ਦੋਨਾਂ ਨੇ ਆਪਸ ਦੇ ਵਿੱਚ ਗੰਢ ਧੁੱਪ ਕਰ ਲਈ। ਮਤਲਬ ਦਾ ਭਾਵ ਉਹਨਾਂ ਨੇ ਜਿਹੜਾ ਦੋਨੋਂ ਆਪਸ ਦੇ ਵਿੱਚ ਮਿਲ ਗਏ, ਕਿਉਂਕਿ ਦੋਨਾਂ ਦਾ ਮਕਸਦ ਜਿਹੜਾ ਸੇਮ ਸੀਗਾ। ਉਹ ਜਿਹੜੀ ਆਪਾਂ ਪਿੱਛੇ ਜੇ ਕਾਫੀ ਸਮੇਂ ਤੋਂ ਇੱਕ ਮੁਹਾਵਰਾ ਨਹੀਂ ਸੁਣਦੇ ਆ ਰਹੇ ਹੈਗੇ, ਦੁਸ਼ਮਣ ਕਾ ਦੁਸ਼ਮਣ ਦੋਸਤ ਹੋਤਾ ਹੈ, ਬਸ ਉਹ ਚੀਜ਼ ਹੈ, ਠੀਕ ਹੈ। ਤਾਂ ਉਹਨਾਂ ਨੇ ਕੀ ਕਰ ਲਿਆ? ਆਪਸ ਦੇ ਵਿੱਚ ਗੰਢ ਧੁੱਪ ਕਰ ਲਈ, ਠੀਕ ਹੈ। ਤੇ ਜਦੋਂ ਇਬਰਾਹਿਮ ਲੋਧੀ ਨੂੰ ਦੌਲਤ ਖਾਂ ਲੋਧੀ ਅਤੇ ਆਲਮ ਖਾਨ ਦੀਆਂ ਸਰਗਰਮੀਆਂ ਦਾ ਪਤਾ ਲੱਗਿਆ ਤਾਂ ਕੀ ਹੋਇਆ? ਜਿਹੜਾ ਇਬਰਾਹਿਮ ਲੋਧੀ ਹੈ ਉਸਨੇ ਦੌਲਤ ਖਾਂ ਨੂੰ ਦਿੱਲੀ ਵਿਖੇ ਬੁਲਾ ਲਿਆ, ਠੀਕ ਹੈ। ਉਸਨੇ ਆਪਣੇ ਛੋਟੇ ਪੁੱਤਰ ਜਿਹੜਾ ਦਿਲਾਵਰ ਖਾਂ ਨੂੰ ਭੇਜ ਦਿੱਤਾ, ਠੀਕ ਹੈ। ਤਾਂ ਇੱਥੋਂ ਕੀ ਹੋਇਆ? ਦੌਲਤ ਖਾਂ ਨੂੰ ਪਤਾ ਲੱਗ ਗਿਆ ਕਿ ਇਬਰਾਹਿਮ ਲੋਧੀ ਜਿਹੜਾ ਉਸਦੇ ਪਿੱਛੇ ਹੱਥ ਧੋ ਕੇ ਪੈ ਗਿਆ, ਤਾਂ ਹੁਣ ਉਸਨੂੰ ਜਿਹੜਾ ਹੈ ਮਾਰ ਮੁਕਾਏਗਾ। ਇਸ ਤਰ੍ਹਾਂ ਦੌਲਤ ਖਾਂ ਨੂੰ ਕਿਤੇ ਨਾ ਕਿਤੇ ਯਕੀਨ ਹੋ ਗਿਆ ਸੀ ਕਿ ਹੁਣ ਇਬਰਾਹਿਮ ਲੋਧੀ ਉਸਨੂੰ ਜਿਹੜਾ ਜ਼ਰੂਰ ਸਜ਼ਾ ਦੇਗਾ। ਤਾਂ ਉਹਨੇ ਕੀ ਕੀਤਾ? ਉਹ ਜਿਹੜਾ ਦਿੱਲੀ ਛੱਡ ਕੇ ਭੱਜ ਗਿਆ, ਓਕੇ। ਤਾਂ ਇਹ ਹੈਗਾ ਸੀ ਜੀ ਦੌਲਤ ਖਾਂ ਲੋਧੀ ਦੇ ਨਾਲ। ਉਸ ਤੋਂ ਬਾਅਦ ਕੀ ਹੋਇਆ? ਉਸਨੇ ਬਾਬਰ ਦੇ ਨਾਲ ਜਾ ਕੇ ਗੱਠਜੋੜ ਕਰ ਲਿਆ। 1519 ਦੇ ਵਿੱਚ ਕਾਬਲ ਦੇ ਹਾਕਮ ਜ਼ਹੀਰ ਉਦ ਦੀਨ ਬਾਬਰ ਨੇ ਪੰਜਾਬ ਉੱਤੇ ਹਮਲਾ ਕੀਤਾ। ਸਭ ਤੋਂ ਪਹਿਲਾਂ ਬਾਬਰ ਦਾ ਨਾਮ ਪੂਰਾ ਸੀਗਾ ਜ਼ਹੀਰ ਉਦ ਦੀਨ ਬਾਬਰ, ਠੀਕ ਹੈ। ਕਦੋਂ ਹਮਲਾ ਕੀਤਾ ਸੀ ਪੰਜਾਬ ਤੇ? 1519 ਈਸਵੀ ਦੇ ਵਿੱਚ, ਯਾਦ ਰੱਖਿਓ। ਬਾਕੀ ਇਹ ਪੂਰਾ PDF ਮੈਂ ਟੈਲੀਗ੍ਰਾਮ ਗਰੁੱਪ ਦੇ ਵਿੱਚ ਪ੍ਰੋਵਾਈਡ ਕਰਾ ਦੇਵਾਂਗੀ, ਤੁਸੀਂ ਉੱਥੇ ਜਾ ਕੇ ਜਿਹੜਾ ਹੈ ਉਹ ਪੜ੍ਹ ਲੈਣਾ, ਠੀਕ ਹੈ। ਤੇ ਜਿਹੜਾ ਬਾਬਰ ਸੀਗਾ ਬਹੁਤ ਜ਼ਿਆਦਾ ਅਤਿਆਚਾਰ ਕਰਦਾ ਸੀ, ਤਾਂ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਅਤਿਆਚਾਰਾਂ ਦਾ ਵਰਣਨ ਜਿਹੜਾ ਬਾਬਰ ਬਾਣੀ ਦੇ ਵਿੱਚ ਕੀਤਾ ਹੈ, ਠੀਕ ਹੈ। ਸੀ ਜਿਸਨੇ ਉਸਨੇ ਗੰਢ ਧੁੱਪ ਕੀਤੀ ਸੀ, ਉਸਨੂੰ ਕੀ ਸੀ? ਉਸਨੂੰ ਆਸ ਸੀ ਕਿ ਬਾਬਰ ਜਿਹੜਾ ਉਸਨੂੰ ਕਬਜ਼ਾ ਕਰਕੇ ਇਲਾਕੇ ਜਿਹੜਾ ਉਸਨੂੰ ਦੇ ਦੇਵੇਗਾ ਤੇ ਆਪ ਜਿਹੜਾ ਕਾਬਲ ਚਲਿਆ ਜਾਵੇਗਾ। ਪਰ ਬਾਬਰ ਨੇ ਕੀ ਕੀਤਾ? ਉਸਨੇ ਸਿਰਫ ਜਲੰਧਰ ਤੇ ਸੁਲਤਾਨਪੁਰ ਦੇ ਇਲਾਕੇ, ਮਤਲਬ ਸਿਰਫ 2 ਇਲਾਕੇ ਦਿੱਤੇ ਸੀ, ਸੁਲਤਾਨਪੁਰ ਤੇ ਜਲੰਧਰ। ਦੇ ਨਾਲ ਕੀ ਹੋਇਆ? ਦੌਲਤ ਖਾਂ ਦੇ ਅੰਦਰ ਜਿਹੜੀ ਬਗਾਵਤ ਨੇ ਜਨਮ ਦਿੱਤਾ, ਠੀਕ ਹੈ। ਤਾਂ ਉਸਨੇ ਬਗਾਵਤ ਕਰ ਦਿੱਤੀ, ਪਰ ਫਿਰ ਵੀ ਜਿਹੜਾ ਹਾਰ ਗਿਆ, ਕਿਉਂਕਿ ਬਾਬਰ ਕੋਲ ਜਿਹੜੀ ਤਾਕੜੀ ਫੌਜ ਸੀਗੀ ਪੂਰੀ, ਠੀਕ ਹੈ। ਤਾਂ ਉਸ ਤੋਂ ਬਾਅਦ ਕੀ ਹੋਇਆ? ਬਾਬਰ ਨੇ ਕੀ ਕੀਤਾ? ਸੁਲਤਾਨਪੁਰ ਦਾ ਜਿਹੜਾ ਇਲਾਕਾ ਸੀ, ਜਿਸ ਤਰ੍ਹਾਂ ਕਿ ਜਲੰਧਰ ਅਤੇ ਸੁਲਤਾਨਪੁਰ ਦਿੱਤਾ ਸੀ, ਤਾਂ ਬਾਬਰ ਸੁਲਤਾਨਪੁਰ ਦਾ ਇਲਾਕਾ ਸੀ ਉਹ ਦਿਲਾਵਰ ਖਾਂ ਨੂੰ ਦਿੱਤਾ। ਦਿਲਾਵਰ ਖਾਂ ਕੌਣ ਸੀ? ਦੌਲਤ ਖਾਂ ਦਾ ਪੁੱਤਰ ਸੀ, ਠੀਕ ਹੈ। ਤੇ ਦੀਪਾਲਪੁਰ ਜਿਹੜਾ ਉਸਨੇ ਦਿੱਤਾ ਆਲਮ ਖਾਂ ਨੂੰ। ਆਲਮ ਖਾਂ ਕੌਣ ਸੀ? ਇਬਰਾਹਿਮ ਲੋਧੀ ਦਾ ਚਾਚਾ, ਠੀਕ ਹੈ। ਤਾਂ ਇਹ 2-3 ਚੀਜ਼ਾਂ ਜਿਹੜੀਆਂ ਨੇ ਯਾਦ ਰੱਖੋ। ਦੇਖੋ ਤੁਹਾਨੂੰ ਸਟਾਰਟਿੰਗ ਦੇ ਵਿੱਚ ਥੋੜੀ ਟਫ ਲੱਗ ਰਹੀ ਹੋਏਗੀ ਯਾਦ ਕਰਨਾ, ਲੇਕਿਨ 2-3 ਵਾਰੀ ਰਿਵੀਜ਼ਨ ਕਰੋਗੇ ਤਾਂ ਤੁਹਾਨੂੰ ਹੋ ਜਾਏਗਾ, ਠੀਕ ਹੈ। ਤਾਂ ਇਹ ਇਸ ਤਰ੍ਹਾਂ ਜਿਹੜਾ ਹੌਲੀ ਹੌਲੀ ਜਿਹੜਾ ਹਮਲਾ ਕਰਦੇ ਗਏ। ਉਸ ਤੋਂ ਬਾਅਦ ਸੈਕਿੰਡ ਸਮਾਂ ਆਇਆ ਜੀ ਆਲਮ ਖਾਂ ਦੇ ਨਾਲ ਪੰਜਾਬ ਦਾ, ਠੀਕ ਹੈ। ਤਾਂ ਉਸ ਸਮੇਂ ਕੀ ਹੋਇਆ ਕਿ ਕਾਫੀ ਜ਼ਿਆਦਾ ਜਿਹੜੀ ਹੈ ਮਿਹਨਤ ਮੁਸ਼ੱਕਤ ਕਰਨ ਤੋਂ ਬਾਅਦ ਜਿਹੜਾ ਦੌਲਤ ਖਾਂ ਲੋਧੀ ਹੈ ਉਸਦਾ ਜਿਹੜਾ ਪੰਜਾਬ ਦੇ ਵਿੱਚ ਰਾਜ ਸਥਾਪਿਤ ਹੋ ਗਿਆ, ਠੀਕ ਹੈ। ਤਾਂ ਆਲਮ ਖਾਂ ਨੇ ਕੀ ਕੀਤਾ? ਕਾਬਲ ਪਹੁੰਚ ਕੇ ਬਾਬਰ ਨਾਲ ਸੰਧੀ ਕੀਤੀ। ਉਸਨੇ ਦੌਲਤ ਖਾਂ ਨੂੰ ਜਿਹੜਾ ਹਟਾਉਣਾ ਸੀਗਾ, ਠੀਕ ਹੈ। ਕੁਝ ਸ਼ਰਤਾਂ ਰੱਖੀਆਂ। ਕੀ ਸ਼ਰਤਾਂ ਨੇ? ਪਹਿਲੀ ਸ਼ਰਤ ਇਹ ਸੀ ਕਿ ਬਾਬਰ ਜਿਹੜਾ ਆਲਮ ਖਾਂ ਨੂੰ ਦਿੱਲੀ ਦਾ ਰਾਜ ਪ੍ਰਾਪਤ ਕਰਨ ਦੇ ਲਈ ਫੌਜੀ ਸਹਾਇਤਾ ਦੇਵੇਗਾ, ਠੀਕ ਹੈ। ਤੇ ਆਲਮ ਖਾਂ ਪੰਜਾਬ ਦੇ ਸਾਰੇ ਇਲਾਕਿਆਂ ਉੱਪਰ ਕਾਨੂੰਨੀ ਤੌਰ ਤੇ ਬਾਬਰ ਦਾ ਅਧਿਕਾਰ ਪ੍ਰਵਾਨ ਕਰੇਗਾ। ਤਾਂ ਇਹ 2 ਜਿਹੜੀਆਂ ਨੇ ਸੰਧੀ ਦੀਆਂ ਮੇਨ ਸ਼ਰਤਾਂ ਸੀਗੀਆਂ, ਜਿਸ ਦੇ ਵਿੱਚ ਜਿਹੜਾ ਬਾਬਰ ਅਤੇ ਆਲਮ ਖਾਂ ਨੇ ਦੋਨਾਂ ਨੇ ਮਿਲ ਕੇ ਜਿਹੜਾ ਦੌਲਤ ਖਾਂ ਲੋਧੀ ਦੇ ਵਿਰੁੱਧ ਇੱਕ ਬਗਾਵਤ ਕਰਨ ਦਾ ਫੈਸਲਾ ਕੀਤਾ, ਓਕੇ। ਉਸ ਤੋਂ ਬਾਅਦ ਅੱਗੇ ਆਉਂਦਾ ਹੈ ਜੀ ਕਿ ਬਾਬਰ ਨੇ ਪੰਜਾਬ ਕਿਸ ਤਰ੍ਹਾਂ ਜਿੱਤਿਆ। ਬਾਬਰ ਨਵੰਬਰ 1525 ਦੇ ਵਿੱਚ 12,000 ਸੈਨਿਕਾਂ ਦੇ ਨਾਲ ਕਾਬਲ ਤੋਂ ਪੰਜਾਬ ਵੱਲ ਵਧਿਆ, ਠੀਕ ਹੈ। ਤਾਂ ਉਸ ਤੋਂ ਬਾਅਦ ਇਹ ਲਾਹੌਰ ਆਇਆ ਤੇ ਉਸ ਤੋਂ ਬਾਅਦ ਬਾਬਰ ਜਿਹੜਾ ਪੰਜਾਬ ਦੇ ਉਪਰਾਂਤ ਜਿਹੜਾ ਸਰਹੰਦ ਵੱਲ ਵਧਿਆ, ਠੀਕ ਹੈ। ਉਸਨੇ ਸਭ ਤੋਂ ਪਹਿਲਾਂ ਅੰਬਾਲਾ ਜਿੱਤਿਆ, ਇਹ ਲਾਈਨ ਯਾਦ ਰੱਖਿਓ, ਠੀਕ ਹੈ। ਤੇ ਉਸ ਤੋਂ ਬਾਅਦ ਉਸਨੇ ਜੋ ਆਪਣੇ ਇਲਾਕੇ ਜਿੱਤਦਾ ਗਿਆ
ਉੱਥੇ ਜਿਹੜੀ ਆਪਣੀ ਸੈਨਾ ਕਾਇਮ ਕਰਦਾ ਗਿਆ। ਠੀਕ ਹੈ, ਤਾਂ ਲਾਸਟ ਯੁੱਧ ਹੋਇਆ ਉਸ ਦੇ ਵਿੱਚ 2 ਫੌਜਾਂ ਸਨ, ਬਾਬਰ ਦੀ ਤੇ ਇਬਰਾਹਿਮ ਲੋਧੀ ਦੀ। ਕੀ ਹੋਇਆ ਸੀ, ਪਹਿਲਾਂ ਤਾਂ ਉਹ 1 ਹਫ਼ਤਾ ਚੁੱਪਚਾਪ ਬੈਠਿਆ ਰਿਹਾ, ਨਾ ਬਾਬਰ ਨੇ ਹਮਲਾ ਕੀਤਾ ਨਾ ਇਬਰਾਹਿਮ ਲੋਧੀ ਨੇ। ਲੇਕਿਨ 21 ਅਪ੍ਰੈਲ 1526 ਨੂੰ ਪਹਿਲਾਂ ਇਬਰਾਹਿਮ ਲੋਧੀ ਦੇ ਫੌਜ ਨੇ ਕੀ ਕੀਤਾ, ਹਮਲਾ ਕੀਤਾ। ਠੀਕ ਹੈ, ਤਾਂ ਹਮਲਾ ਕੀਤਾ। ਉਸ ਤੋਂ ਬਾਅਦ ਜਿਹੜੀ ਹੈ ਬਾਬਰ ਨੇ ਕੀ ਕੀਤਾ, ਗੋਲਾਬਾਰੀ ਸ਼ੁਰੂ ਕਰ ਦਿੱਤੀ। ਤੇ ਜਿਹੜਾ ਕਹਿਣ ਦਾ ਭਾਵ ਇਬਰਾਹਿਮ ਲੋਧੀ ਜਿਹੜਾ ਕਿਸੇ ਨਾ ਕਿਸੇ ਤਰੀਕੇ ਨਾਲ ਹਾਰ ਗਿਆ। ਤਾਂ ਪੰਜਾਬ ਉੱਤੇ ਕਿਸ ਦੀ ਜਿੱਤ ਹੋਈ, ਬਾਬਰ ਦੀ ਜਿੱਤ ਹੋਈ। ਠੀਕ ਹੈ, ਤਾਂ ਤੁਸੀਂ ਕਹਿ ਸਕਦੇ ਹੋ ਕਿ 1526 ਈਸਵੀ ਦੇ ਵਿੱਚ ਜਿਹੜਾ ਹੈ ਬਾਬਰ ਨੇ ਪੰਜਾਬ ਜਿੱਤ ਲਿਆ ਸੀ। ਇਹ ਪੁਆਇੰਟ ਜਿਹੜਾ ਨੋਟ ਰੱਖਿਓ। ਠੀਕ ਹੈ, ਬਾਅਦ ਆ ਜਿਹੜੀ ਸਮਾਜਿਕ ਅਵਸਥਾ ਤੇ, ਤਾਂ ਦੇਖੋ ਗੁਰੂ ਨਾਨਕ ਦੇਵ ਜੀ ਦੇ ਸਮੇਂ ਸਮਾਜ ਨੂੰ ਜਿਹੜਾ ਮੁੱਖ ਰੂਪ ਦੇ ਵਿੱਚ 2 ਭਾਗਾਂ ਦੇ ਵਿੱਚ ਵੰਡਿਆ ਗਿਆ। ਕਿਹੜੇ ਮੁਸਲਮਾਨਾਂ ਦੀ ਸਮਾਜਿਕ ਦਸ਼ਾ ਤੇ ਹਿੰਦੂ ਦੀ। ਠੀਕ ਹੈ, ਮੁਸਲਮਾਨਾਂ ਦੀ ਜੇਕਰ ਗੱਲ ਕਰੀਏ ਤਾਂ ਉਸ ਸਮੇਂ ਮੁਸਲਮਾਨਾਂ ਦੀ ਸਮਾਜਿਕ ਦਸ਼ਾ ਜਿਹੜੀ ਹੈ ਕਾਫੀ ਠੀਕ ਸੀ। ਠੀਕ ਹੈ, ਉਹਨਾਂ ਦੀ ਜਿਹੜੀ ਹੈ ਹਾਕਮਾਂ ਦੀ ਸਰਕਾਰ ਸੀ, ਕਿਉਂਕਿ ਮੁਸਲਮਾਨ ਹੀ ਜਿਹੜੇ ਉੱਥੋਂ ਦੇ ਰਾਜੇ ਸਨ, ਉਹੀ ਜਿਹੜਾ ਸਾਰਾ ਆਪਣਾ ਦੇਖਦੇ ਸਨ। ਠੀਕ ਹੈ, ਉਹਨਾਂ ਦੇ ਅਕੋਰਡਿੰਗ ਹੀ ਜਿਹੜਾ ਸਲੂਕ ਕੀਤਾ ਜਾਂਦਾ ਸੀ। ਤਾਂ ਉਸ ਸਮੇਂ ਮੁਸਲਿਮ ਸਮਾਜ ਜਿਹੜਾ 4 ਸ਼੍ਰੇਣੀਆਂ ਦੇ ਵਿੱਚ ਵੰਡਿਆ ਗਿਆ ਸੀ। ਕਿਹੜਾ ਅਮੀਰ ਅਤੇ ਸਰਦਾਰ, ਉਲਮਾ ਅਤੇ ਸੈਯਦ, ਮੱਧ ਸ਼੍ਰੇਣੀ ਅਤੇ ਗੁਲਾਮ। ਇਹ ਨਾਮ ਯਾਦ ਰੱਖਿਓ। ਠੀਕ ਹੈ, 4 ਸ਼੍ਰੇਣੀਆਂ ਕਿਹੜੀਆਂ ਨੇ, ਅਮੀਰ ਸਰਦਾਰ, ਮੱਧ ਸ਼੍ਰੇਣੀ, ਗੁਲਾਮ ਤੇ ਉਲਮਾ ਤੇ ਸੈਯਦ। ਅਮੀਰ ਸਰਦਾਰ ਕਿਹੜੇ ਹੁੰਦੇ ਨੇ, ਜਿਹੜੇ ਕਾਫੀ ਉੱਚ ਸ਼੍ਰੇਣੀ ਦੇ ਲੋਕ ਨੇ। ਇਹਨਾਂ ਨੂੰ ਜਿਹੜਾ ਕਾਫੀ ਇਹਨਾਂ ਕੋਲ ਜਿਹੜੀ ਹੈ ਭੂਮੀ ਹੁੰਦੀ ਸੀ, ਜ਼ਮੀਨ ਹੁੰਦੀ ਸੀ। ਠੀਕ ਹੈ, ਤੇ ਇਹ ਸੈਯਦ ਕੌਣ ਹੁੰਦੇ ਸਨ, ਤਾਂ ਦੇਖੋ ਜਿਹੜੇ ਉਲਮਾ ਹੁੰਦੇ ਸਨ ਉਹ ਧਾਰਮਿਕ ਵਰਗ ਦੇ ਨੇਤਾ ਹੁੰਦੇ ਸਨ, ਜਿਨ੍ਹਾਂ ਨੂੰ ਅਰਬੀ ਅਤੇ ਧਾਰਮਿਕ ਜਿਹੜੀ ਸਾਹਿਤ ਆ ਉਹਨਾਂ ਦਾ ਕਾਫੀ ਜ਼ਿਆਦਾ ਗਿਆਨ ਹੁੰਦਾ ਸੀ। ਉਸ ਤੋਂ ਬਾਅਦ ਗੱਲ ਆਉਂਦੀ ਹੈ ਸੈਯਦ। ਤਾਂ ਸੈਯਦ ਦੇਖੋ ਆਪਣੇ ਆਪ ਨੂੰ ਹਜ਼ਰਤ ਮੁਹੰਮਦ ਦੀ ਸਪੁੱਤਰੀ ਬੀਬੀ ਫਾਤਿਮਾ ਦੀ ਸੰਤਾਨ ਮੰਨਦੇ ਸਨ ਆਪਣੇ ਆਪ ਨੂੰ। ਠੀਕ ਹੈ, ਜਿਨ੍ਹਾਂ ਦਾ ਸਮਾਜ ਦੇ ਵਿੱਚ ਕਾਫੀ ਜਿਹੜਾ ਸਤਿਕਾਰ ਮੰਨਿਆ ਜਾਂਦਾ ਸੀ। ਠੀਕ ਹੈ, ਤਾਂ ਇਹ ਹੈਗੇ ਸੀ ਜੀ ਉਲਮਾ ਤੇ ਸੈਯਦ। ਤਾਂ ਇਸਦੇ ਉਹ ਸਾਰੇ ਇਸ ਦੇ ਵਿੱਚ ਹੀ ਆਉਂਦੇ ਸਨ। ਠੀਕ ਹੈ, ਉਸ ਤੋਂ ਬਾਅਦ 3rd ਕੈਟਾਗਰੀ ਸੀ ਜੀ ਮੱਧ ਸ਼੍ਰੇਣੀ, ਜਿਸ ਦੇ ਵਿੱਚ ਸਰਕਾਰੀ ਕਰਮਚਾਰੀ ਹੋ ਗਏ, ਸਿਪਾਹੀ ਹੋ ਗਏ, ਉਹ ਆਉਂਦੇ ਸਨ। ਤੇ ਲਾਸਟ ਆਉਂਦੀ ਸੀ ਜੀ ਗੁਲਾਮ। ਸਭ ਤੋਂ ਜ਼ਿਆਦਾ ਤਰਸਯੋਗ ਹਾਲਤ ਗੁਲਾਮ ਦੀ ਹੁੰਦੀ ਸੀ। ਠੀਕ, ਜੁਲਾਹੇ, ਘੁਮਿਆਰ, ਮਜ਼ਦੂਰ ਇਹ ਲੋਕ ਹੁੰਦੇ ਸਨ। ਇਹਨਾਂ ਦੀ ਜਿਹੜਾ ਬਹੁਤ ਮਾੜਾ ਸਲੂਕ ਕੀਤਾ ਜਾਂਦਾ ਸੀ। ਤਾਂ ਇਹ ਸੀਗਾ ਆਪਣੇ ਕੋਲ। ਉਸ ਤੋਂ ਬਾਅਦ ਹੈ ਮੁਸਲਮਾਨਾਂ ਦਾ ਪਹਿਰਾਵਾ ਦੇਖੀਏ ਤਾਂ ਉਹ ਜਿਹੜੇ ਨੇ ਵਧੀਆ ਕੱਪੜੇ ਪਹਿਨਦੇ ਸਨ, ਰੇਸ਼ਮੇ ਤੇ ਵਧੀਆ ਸੂਤ ਦੇ। ਠੀਕ ਹੈ, ਉਹਨਾਂ ਦਾ ਜਿਹੜਾ ਪਹਿਰਾਵਾ ਭੜਕੀਲਾ ਤੇ ਕੀਮਤੀ ਹੁੰਦਾ ਸੀ। ਧਾਰਮਿਕ ਵਰਗ ਦੇ ਲੋਕ ਜਿਹੜੇ ਨੇ ਸੂਤੀ ਕੱਪੜੇ ਪਹਿਨਦੇ ਸਨ। ਸ਼ਾਹੀ ਗੁਲਾਮ ਜਿਹੜੇ ਨੇ ਉਹ ਕਮਰ ਕੱਸਾ ਕਰਦੇ ਨੇ, ਆਪਣੀ ਜੇਬ ਦੇ ਵਿੱਚ ਰੁਮਾਲ ਰੱਖਦੇ ਸਨ। ਠੀਕ ਹੈ, ਤਾਂ ਇਸ ਤਰ੍ਹਾਂ ਦੀਆਂ ਜਿਹੜੀ ਚੀਜ਼ਾਂ ਨੇ ਉਸ ਸਮੇਂ ਦੇਖਣ ਨੂੰ ਮਿਲਦੀਆਂ ਸੀ। ਤੇ ਉਸ ਤੋਂ ਮਨ ਪਰਚਾਵੇ ਦੇ ਲਈ ਕਾਫੀ ਤਰ੍ਹਾਂ ਦੀਆਂ ਜਿਹੜੀ ਚੀਜ਼ਾਂ ਦਾ ਇਸਤੇਮਾਲ ਕੀਤਾ ਜਾਂਦਾ ਸੀ। ਇਸਤਰੀ ਦੀ ਹਾਲਤ ਜਿਹੜੀ ਹੈ ਉਸ ਸਮੇਂ ਜਿਹੜੀ ਹੈ ਤਰਸਯੋਗ ਸੀ, ਜ਼ਿਆਦਾ ਸਤਿਕਾਰ ਨਹੀਂ ਸੀ ਉਹਨਾਂ ਨੂੰ ਮਿਲਦਾ। ਠੀਕ ਹੈ, ਉਹਨਾਂ ਨੂੰ ਜਿਹੜਾ ਇਹ ਫੇਸ ਕਵਰ ਕਰਕੇ ਜਿਹੜਾ ਰੱਖਿਆ ਜਾਂਦਾ ਸੀ। ਠੀਕ ਹੈ, ਤਾਂ ਇਹ ਹੈਗੀ ਸੀ ਜੀ ਮੁਸਲਮਾਨਾਂ ਦੀ। ਉਸ ਤੋਂ ਬਾਅਦ ਵਧਦੇ ਹਾਂ ਹਿੰਦੂਆਂ ਦੀ ਸਮਾਜਿਕ ਦਸ਼ਾ। ਤਾਂ ਹਿੰਦੂਆਂ ਦੀ ਸਮਾਜਿਕ ਦਸ਼ਾ ਦੀ ਜਿਹੜੀ ਗੱਲ ਕਰੀਏ, ਉਹਨਾਂ ਦੀ ਜਿਹੜੀ ਸਮਾਜਿਕ ਦਸ਼ਾ ਬਹੁਤ ਹੀ ਜ਼ਿਆਦਾ ਤਰਸਯੋਗ ਸੀ। ਠੀਕ ਹੈ, ਉਹਨਾਂ ਦੇ ਨਾਲ ਜਿਹੜਾ ਜਾਤ ਪਾਤ ਦਾ ਭੇਦਭਾਵ ਕੀਤਾ ਜਾਂਦਾ ਸੀ। ਜੇਕਰ ਜਾਤ ਪਾਤ ਦੀ ਗੱਲ ਕਰੀਏ ਤਾਂ ਉਸ ਸਮੇਂ 4 ਪ੍ਰਕਾਰ ਦੇ ਹਿੰਦੂਆਂ, ਜਿਸ ਤਰ੍ਹਾਂ ਮੁਸਲਮਾਨਾਂ ਦੀ 4 ਕੈਟਾਗਰੀਆਂ ਨੇ, ਇਸ ਤਰ੍ਹਾਂ ਹਿੰਦੂਆਂ ਦੀ ਵੀ 4 ਕੈਟਾਗਰੀਆਂ ਨੇ, ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ। ਯਾਦ ਰੱਖਿਓ। ਠੀਕ ਹੈ, ਹੁਣ ਜੇ ਗੱਲ ਕਰੀਏ ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ ਦੀ, ਤਾਂ ਦੇਖੋ ਜਿਹੜੇ ਬ੍ਰਾਹਮਣ ਹੁੰਦੇ ਸਨ ਉਹਨਾਂ ਨੂੰ ਜਿਹੜਾ ਗਿਆਨ ਹੁੰਦਾ ਸੀਗਾ ਆਪਣੇ ਧਰਮ ਦਾ। ਠੀਕ ਹੈ, ਉਹਨਾਂ ਨੇ ਹਿੰਦੂ ਲੋਕਾਂ ਨੂੰ ਵਹਿਮਾਂ ਭਰਮਾਂ ਦੇ ਲਈ ਵਿੱਚ ਜਿਹੜਾ ਫਸਾਇਆ। ਤਾਂ ਇਸ ਤਰ੍ਹਾਂ ਜਿਹੜੇ ਧਰਮ ਦੇ ਨਾਂ 'ਤੇ ਬ੍ਰਾਹਮਣ ਜਿਹੜੇ ਨੇ ਉਹ ਪੈਸਾ ਕਮਾਉਣ ਲੱਗ ਗਏ ਸੀ ਉਸ ਸਮੇਂ। ਠੀਕ ਹੈ, ਜਿਹੜੇ ਵੈਸ਼ ਅਤੇ ਖੱਤਰੀ ਨੇ ਉਹਨਾਂ ਦੀ ਹਾਲਤ ਠੀਕ ਸੀ, ਜ਼ਿਆਦਾ ਵਧੀਆ ਵੀ ਨਹੀਂ ਸੀ, ਜ਼ਿਆਦਾ ਖਰਾਬ ਵੀ ਨਹੀਂ ਸੀ। ਸਭ ਤੋਂ ਜ਼ਿਆਦਾ ਮਾੜੀ ਹਾਲਤ ਹੈਗੀ ਸੀ ਜੀ ਸ਼ੂਦਰਾਂ ਦੀ। ਉਹਨਾਂ ਦੀਆਂ ਜਿਹੜੀਆਂ ਬਸਤੀਆਂ ਨੇ ਉਹ ਪਿੰਡਾਂ ਤੋਂ ਬਾਹਰ ਸਨ। ਠੀਕ ਹੈ, ਤਾਂ ਮਤਲਬ ਉਹਨਾਂ ਨੂੰ ਕਿਤੇ ਆਉਣ ਜਾਣ ਦੀ ਜਿਹੜੀ ਅਨੁਮਤੀ ਉਹ ਨਹੀਂ ਦਿੱਤੀ ਜਾਂਦੀ ਸੀ। ਠੀਕ ਹੈ, ਜੇਕਰ ਇਹਨਾਂ ਦੀ ਇਸਤਰੀ ਦੀ ਦਸ਼ਾ ਸੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਪਹਿਲਾਂ, ਉਸ ਸਮੇਂ ਕਾਫੀ ਜ਼ਿਆਦਾ ਜਿਹੜੀ ਹੈ ਉਹ ਤਰਸਯੋਗ ਸੀ। ਠੀਕ ਹੈ, ਲੜਕੀਆਂ ਨੂੰ ਛੋਟੀ ਉਮਰ ਦੇ ਵਿੱਚ ਹੀ ਵਿਆਹ ਦਿੱਤਾ ਜਾਂਦਾ ਸੀ। ਰਾਜੇ ਮਹਾਰਾਜੇ 1 ਤੋਂ ਵੱਧ ਪਤਨੀਆਂ ਰੱਖਦੇ ਸਨ। ਤਾਂ ਜਿਹੜੀ ਸਤੀ ਵਰਗੀ ਭੈੜੀ ਰਸਮ ਹੈ ਉਸ ਸਮੇਂ ਵੀ ਪ੍ਰਚਲਿਤ ਸੀ, ਜਿਸ ਦੇ ਵਿੱਚ ਪਤਨੀ ਨੂੰ ਜਿਹੜਾ ਜਿਉਂਦਾ ਸਾੜ ਦਿੱਤਾ ਜਾਂਦਾ ਸੀ। ਠੀਕ ਹੈ, ਤਾਂ ਇਹ ਹੈਗੀ ਸੀ ਜੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ। ਇਸ ਦੇ ਨਾਲ ਹੀ ਆਪਣਾ ਇਹ ਚੈਪਟਰ ਜਿਹੜਾ ਕੰਪਲੀਟ ਹੋਇਆ। ਓਕੇ, ਤਾਂ ਹੁਣ ਦੇਖੋ ਕਿਹੜੇ ਵਰਗ ਦੇ ਲੋਕ ਨੇ ਜਿਹੜੇ ਕਿ ਅਰਬੀ ਅਤੇ ਧਾਰਮਿਕ ਸਾਹਿਤ ਦੇ ਉੱਗੇ ਵਿਦਵਾਨ ਸਨ। ਤਾਂ ਆਪਾਂ ਨੇ ਪੜ੍ਹਿਆ ਉਲਮਾ। ਠੀਕ ਹੈ, ਉਲਮਾ ਲੋਕ ਸਨ ਜਿਨ੍ਹਾਂ ਨੂੰ ਅਰਬੀ ਅਤੇ ਧਾਰਮਿਕ ਦੀ ਕਾਫੀ ਜ਼ਿਆਦਾ ਜਿਹੜੀ ਹੈ ਨੌਲੇਜ ਹੁੰਦੀ ਸੀ ਉਸ ਸਮੇਂ। ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਪੰਜਾਬ ਦੇ ਹਾਕਮ ਡੈਸ਼ ਅਤੇ ਡੈਸ਼ ਸਨ। ਕੀ ਸਨ? ਕਮਜ਼ੋਰ ਅਤੇ ਆਪਸੀ ਫੁੱਟ ਦੇ ਸ਼ਿਕਾਰ ਸਨ। ਠੀਕ ਹੈ, ਲੋਧੀ ਵੰਸ਼ ਦਾ ਸਭ ਤੋਂ ਪ੍ਰਸਿੱਧ ਬਾਦਸ਼ਾਹ ਵੈਰੀ ਇੰਪੋਰਟੈਂਟ ਕੌਣ ਸੀ ਜੀ? ਸਿਕੰਦਰ ਲੋਧੀ ਸੀ। ਠੀਕ ਹੈ, ਦੁਆਬ ਚੱਜ ਵਿੱਚ ਕਿਹਨਾਂ ਦਾ ਬੋਲਬਾਲਾ ਸੀ? ਗੱਖੜਾਂ ਦਾ। ਇਹਨੂੰ ਯਾਦ ਰੱਖਿਓ। ਉਸ ਤੋਂ ਬਾਅਦ ਸਿਕੰਦਰ ਲੋਧੀ ਨੇ ਪੰਜਾਬ ਦਾ ਨਾਜ਼ਿਮ ਕਿਸ ਨੂੰ ਨਿਯੁਕਤ ਕੀਤਾ ਸੀ? ਤਾਂ ਇਹ ਕੀਤਾ ਸੀ ਜੀ ਦੌਲਤ ਖਾਂ ਲੋਧੀ ਨੂੰ। ਠੀਕ ਹੈ, ਆਪਾਂ ਨੂੰ ਪਤਾ ਹੈ ਦੌਲਤ ਖਾਂ ਲੋਧੀ ਨੂੰ ਉਸਨੇ ਜਿਹੜਾ ਪੰਜਾਬ ਦਾ ਨਾਜ਼ਿਮ ਨਿਯੁਕਤ ਕੀਤਾ। ਤੇ ਇਬਰਾਹਿਮ ਲੋਧੀ ਕਿਸ ਤਰ੍ਹਾਂ ਦਾ ਜਰਨੈਲ ਸੀ? ਬਹਾਦਰ ਅਤੇ ਕਾਮਯਾਬ ਜਰਨੈਲ ਸੀ। ਪਠਾਨ ਸੁਭਾਅ ਤੋਂ ਕਿਸ ਤਰ੍ਹਾਂ ਦੇ ਸਨ? ਤਾਂ ਉਹ ਹੈਗੇ ਪਠਾਨ ਜਿਹੜੇ ਨੇ ਸੁਭਾਅ ਤੋਂ ਕਿਸ ਤਰ੍ਹਾਂ ਦੇ ਸਨ? ਤਾਂ ਉਹ ਹੈਗੇ ਸੀ ਜੀ ਡੈਮੋਕ੍ਰੇਟਿਕ, ਪ੍ਰਜਾਤੰਤਰੀ ਸੀ। ਠੀਕ ਹੈ, ਆਪਣੇ ਸੁਭਾਅ ਤੋਂ। ਉਸ ਤੋਂ ਬਾਅਦ ਹੈ
ਕਿ ਲੋਧੀਆਂ ਦੇ ਰਾਜ ਵਿੱਚ ਪੰਜਾਬ ਕਿਹੜੇ ਦੋ ਸੂਬਿਆਂ ਵਿੱਚ ਵੰਡਿਆ ਹੋਇਆ ਸੀ। ਇਹ ਕੁਐਸਚਨ ਇੰਪੋਰਟੈਂਟ ਹੈ। ਤਾਂ ਲਾਹੌਰ ਅਤੇ ਮੁਲਤਾਨ ਦੋ ਹੀ ਸੂਬਿਆਂ ਦੇ ਵਿੱਚ ਜਿਹੜਾ ਹੈ ਪੰਜਾਬ ਜਿਹੜਾ ਉਸ ਸਮੇਂ ਵੰਡਿਆ ਹੋਇਆ ਸੀ। ਠੀਕ ਹੈ। 1519 ਦੇ ਵਿੱਚ ਕਾਬੁਲ ਦੇ ਕਿਸ ਹਾਕਮ ਨੇ ਪੰਜਾਬ ਉੱਤੇ ਹਮਲਾ ਕੀਤਾ? ਤਾਂ ਉਹ ਕੀਤਾ ਬਾਬਰ ਨੇ। ਇਹ ਯਾਦ ਰੱਖਿਓ, ਇੰਪੋਰਟੈਂਟ ਹੈ। ਪਹਿਲਾ ਹਮਲਾ 1519 ਦੇ ਵਿੱਚ ਹੋਇਆ, ਕਿਸ ਦੇ ਦੁਆਰਾ? ਬਾਬਰ ਦੇ ਦੁਆਰਾ। ਬਾਬਰ ਦਾ ਪੂਰਾ ਨਾਮ ਯਾਦ ਰੱਖਿਓ। ਠੀਕ ਹੈ। ਇਬਰਾਹਿਮ ਲੋਧੀ ਦੇ ਚਾਚੇ ਦਾ ਨਾਮ ਕੀ ਸੀ? ਤਾਂ ਉਹ ਹੈਗਾ ਸੀ ਜੀ ਆਲਮ ਖਾਂ। 1524 ਦੇ ਵਿੱਚ ਬਾਬਰ ਦੇ ਕਾਬੁਲ ਜਾਣ ਪਿੱਛੋਂ ਦੌਲਤ ਖਾਂ ਲੋਧੀ ਨੇ ਲਾਹੌਰ ਕਿਸ ਸ਼ਾਸਕ ਤੋਂ ਖੋਇਆ ਸੀ? ਤਾਂ ਅਬਦੁਲ ਅਜੀਜ਼ ਤੋਂ ਖੋਇਆ ਸੀ। ਜਦੋਂ ਬਾਬਰ ਅਬਦੁਲ ਅਜੀਜ਼ ਨੂੰ ਜਿਹੜਾ ਹੈ ਦੇ ਕੇ ਗਿਆ, ਠੀਕ ਹੈ, ਉਹ ਲਾਹੌਰ ਦੇ ਕੇ ਗਿਆ, ਤਾਂ ਦੌਲਤ ਖਾਂ ਲੋਧੀ ਨੇ ਕੀ ਕੀਤਾ? ਉਸ ਦੇ ਨਾਲ ਵਿਰੋਧ ਕਰਕੇ ਜਿਹੜਾ ਉਸ ਤੋਂ ਖੋਹ ਲਿਆ ਸੀ। ਠੀਕ ਹੈ। ਗਾਜ਼ੀ ਖਾਂ ਦੌਲਤ ਦਾ ਕੀ ਸੰਬੰਧ ਸੀ? ਤਾਂ ਉਹ ਉਸਦਾ ਪੁੱਤਰ ਸੀਗਾ। ਠੀਕ ਹੈ, ਯਾਦ ਰੱਖਿਓ। ਬਾਬਰ ਨੇ ਇਬਰਾਹਿਮ ਲੋਧੀ ਨਾਲ ਲੜਾਈ ਸਮੇਂ ਆਪਣੀ ਸੈਨਾ ਦੇ ਅੱਗੇ ਕਿੰਨੀਆਂ ਬੈਲ ਗੱਡੀਆਂ ਖੜੀਆਂ ਕੀਤੀਆਂ? 700। ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦਾ ਸਮਾਜ ਮੁੱਖ ਰੂਪ ਵਿੱਚ ਕਿਹੜੇ ਦੋ ਭਾਗਾਂ ਵਿੱਚ ਵੰਡਿਆ ਹੋਇਆ? ਮੁਸਲਿਮ ਅਤੇ ਹਿੰਦੂ ਸਮਾਜ। ਲਾਸਟ ਕੁਐਸਚਨ ਹੈ ਕਿ ਮੁਸਲਮਾਨੀ ਸਮਾਜ ਵਿੱਚ ਨਿਆਂ ਕਰਨ ਦਾ ਕੰਮ ਜਿਹੜਾ ਕਿਸ ਨੂੰ ਦਿੱਤਾ ਜਾਂਦਾ ਸੀ? ਤਾਂ ਇਹ ਦਿੱਤਾ ਜਾਂਦਾ ਸੀ ਜੀ ਕਾਜ਼ੀਆਂ ਨੂੰ। ਮੌਲਵੀ ਕਾਜ਼ੀ ਜਿਹੜੇ ਹੁੰਦੇ ਸਨ ਉਹੀ ਨਿਆਂ ਕਰਦੇ ਸਨ। ਠੀਕ ਹੈ। ਤਾਂ ਇਹ ਅਗਲਾ ਚੈਪਟਰ ਹੈਗਾ ਜੀ ਗੁਰੂ ਨਾਨਕ ਦੇਵ ਜੀ ਬਾਰੇ। ਬਿਲਕੁਲ ਛੋਟਾ ਜਿਹਾ ਚੈਪਟਰ ਹੈ, ਨਾਲ ਦੀ ਨਾਲ ਹੀ ਕਵਰ ਕਰ ਲੈਂਦੇ ਆਪਾਂ। ਸਭ ਤੋਂ ਪਹਿਲਾਂ ਯਾਦ ਰੱਖੋ ਕਿ 15 ਅਪ੍ਰੈਲ 1469 ਨੂੰ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ। ਠੀਕ ਹੈ। ਕੱਤਕ ਦੀ ਪੂਰਨਮਾਸ਼ੀ ਨੂੰ ਇਹਨਾਂ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਹੈ। ਗੁਰੂ ਜੀ ਦੀ ਮਾਤਾ ਦਾ ਨਾਮ ਜਿਹੜਾ ਹੈ ਤ੍ਰਿਪਤਾ ਸੀਗਾ, ਮਾਤਾ ਤ੍ਰਿਪਤਾ। ਤੇ ਇਹਨਾਂ ਦਾ ਜਨਮ ਪਿੰਡ ਤਲਵੰਡੀ ਜਿਹੜਾ ਕਿ ਨਨਕਾਣਾ ਸਾਹਿਬ ਵਿਖੇ ਹੈ, ਜ਼ਿਲ੍ਹਾ ਸ਼ੇਖਪੁਰਾ, ਉਸ ਦੇ ਵਿੱਚ ਹੋਇਆ ਸੀ। ਇਹਨਾਂ ਦੇ ਪਿਤਾ ਦਾ ਨਾਮ ਹੈਗਾ ਸੀ ਜੀ ਮਹਿਤਾ ਕਾਲੂ। ਠੀਕ ਹੈ, ਜਿਹੜੇ ਕਿ ਪੇਸ਼ੇ ਵਜੋਂ ਪਟਵਾਰੀ ਸਨ। ਤੇ ਜਿਹੜੇ ਗੁਰੂ ਨਾਨਕ ਦੇਵ ਜੀ ਨੇ ਉਹ ਖੱਤਰੀ ਵੰਸ਼ ਦੇ ਬੇਦੀ ਖਾਨਦਾਨ ਨਾਲ ਸੰਬੰਧ ਰੱਖਦੇ ਸਨ। ਠੀਕ ਹੈ। ਉਹਨਾਂ ਦਾ ਨਾਮ ਹੈਗਾ ਸੀ ਜੀ ਨਾਨਕੀ, ਬੀਬੀ ਨਾਨਕੀ। ਓਕੇ। ਜਨਮ ਦੇ ਰਿਗਾਰਡਿੰਗ ਮੇਨ ਜਿਹੜੀਆਂ ਨੇ ਪੁਆਇੰਟਸ ਦੱਸੇ ਗਏ ਨੇ। ਉਸ ਤੋਂ ਬਾਅਦ ਹੈ ਜੀ ਸਿੱਖਿਆ ਕਿਸ ਤਰ੍ਹਾਂ ਮਿਲੀ, ਐਜੂਕੇਸ਼ਨ। ਤਾਂ ਇੱਥੇ ਯਾਦ ਰੱਖਿਓ ਕਿ 17 ਸਾਲਾਂ ਦੀ ਉਮਰਾਂ ਦੇ ਵਿੱਚ ਪੰਡਿਤ ਗੋਪਾਲ ਦੀ ਪਾਠਸ਼ਾਲਾ ਦੇ ਵਿੱਚ ਭੇਜਿਆ ਗਿਆ ਗੁਰੂ ਜੀ ਨੂੰ। ਠੀਕ ਹੈ, ਜਿੱਥੋਂ ਉਹਨਾਂ ਨੇ ਕੀ ਕੀਤਾ? ਦੇਵਨਾਗਰੀ ਤੇ ਗਣਿਤ ਦੀ ਸਿੱਖਿਆ ਕੀਤੀ। ਨਾਮ ਯਾਦ ਰੱਖਿਓ, ਪੰਡਿਤ ਗੋਪਾਲ ਤੋਂ ਦੇਵਨਾਗਰੀ ਤੇ ਗਣਿਤ। ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਸੰਸਕ੍ਰਿਤ ਪੜ੍ਹਨ ਦੇ ਲਈ ਪੰਡਿਤ ਬ੍ਰਿਜਲਾਲ ਕੋਲ ਭੇਜਿਆ ਤੇ ਫਾਰਸੀ ਪੜ੍ਹਨ ਲਈ ਮੌਲਵੀ ਕੁਤਬਦੀਨ ਕੋਲ। ਇੱਕ ਤਰ੍ਹਾਂ ਦੇ ਤਿੰਨ ਜਿਹੜੇ ਨੇ ਗੁਰੂ ਸੀਗੇ। ਠੀਕ ਹੈ। ਪਹਿਲੇ ਪੰਡਿਤ ਗੋਪਾਲ ਜਿਨ੍ਹਾਂ ਨੇ ਦੇਵਨਾਗਰੀ ਤੇ ਗਣਿਤ ਦਾ ਗਿਆਨ ਦਿੱਤਾ। ਸੈਕਿੰਡ ਹੈਗੇ ਸੀ ਜੀ ਪੰਡਿਤ ਬ੍ਰਿਜਲਾਲ ਜਿਨ੍ਹਾਂ ਨੇ ਸੰਸਕ੍ਰਿਤ ਬਾਰੇ ਦੱਸਿਆ। ਤੇ ਥਰਡ ਹੈਗੇ ਸੀ ਜੀ ਮੌਲਵੀ ਕੁਤਬਦੀਨ ਜਿਨ੍ਹਾਂ ਨੇ ਫਾਰਸੀ ਪੜ੍ਹਾਈ। ਠੀਕ ਹੈ। ਤਿੰਨੋਂ ਨਾਮ ਯਾਦ ਜਿਹੜੇ ਨੇ ਉਹ ਰੱਖਣੇ ਨੇ। ਉਸ ਤੋਂ ਬਾਅਦ ਅੱਗੇ ਹੈਗਾ ਜੀ ਆਪਣੇ ਕੋਲ ਜਨੇਊ ਦੀ ਰਸਮ। ਤਾਂ ਦੇਖੋ ਉਸ ਸਮੇਂ ਜਿਹੜੇ ਪੰਡਿਤ ਹਰਦਿਆਲ ਨੇ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਜਨੇਊ ਦੀ ਰਸਮ ਦੇ ਅਕੋਰਡਿੰਗ ਕਿ ਉਹਨਾਂ ਨੂੰ ਜਨੇਊ ਪਾਇਆ ਜਾਵੇ, ਲੇਕਿਨ ਗੁਰੂ ਜੀ ਨੇ ਉਹਨਾਂ ਨੂੰ ਜਿਹੜਾ ਉਸਨੂੰ ਮਨਾ ਕਰ ਦਿੱਤਾ ਸੀ। ਠੀਕ ਹੈ। ਗੁਰੂ ਨਾਨਕ ਦੇਵ ਜੀ ਨੇ ਕਾਫੀ ਤਰ੍ਹਾਂ ਦੇ ਜਿਹੜੇ ਕਿੱਤੇ ਨੇ ਉਹ ਵੀ ਕੀਤੇ ਨੇ। ਠੀਕ ਹੈ। ਉਹਨਾਂ ਵਿੱਚੋਂ ਜੇਕਰ ਦੇਖੀਏ ਤਾਂ ਉਹਨਾਂ ਨੇ ਮੱਝਾਂ ਚਰਾਉਣ ਦਾ ਕੰਮ ਕੀਤਾ। ਠੀਕ ਹੈ। ਗੁਰੂ ਨਾਨਕ ਦੇਵ ਜੀ ਦੀ ਵਿਆਹ ਦੀ ਗੱਲ ਕਰੀਏ ਤਾਂ ਬੀਬੀ ਸੁਲੱਖਣੀ ਜੀ ਦੇ ਨਾਲ ਉਹਨਾਂ ਦਾ ਵਿਆਹ ਹੋਇਆ 14 ਸਾਲਾਂ ਦੀ ਉਮਰਾਂ ਦੇ ਵਿੱਚ। ਕਿੱਥੋਂ ਦੇ ਸਨ? ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਨਿਵਾਸੀ ਮੂਲ ਰਾਜ ਦੀ ਬੇਟੀ ਬੀਬੀ ਸੁਲੱਖਣੀ ਦੇ ਨਾਲ ਉਹਨਾਂ ਦਾ ਜਿਹੜਾ ਹੈ ਵਿਆਹ ਹੋਇਆ ਸੀ। ਠੀਕ ਹੈ। ਉਸ ਤੋਂ ਬਾਅਦ ਜਦੋਂ ਵਿਆਹ ਤੋਂ ਬਾਅਦ ਕੀ ਹੋਇਆ? ਸੁਲਤਾਨਪੁਰ ਲੋਧੀ ਦੇ ਵਿੱਚ ਉਹਨਾਂ ਨੇ ਨੌਕਰੀ ਕੀਤੀ। ਮਹਿਤਾ ਕਾਲੂ ਜੀ ਨੇ ਸਥਾਨ ਬਦਲਣ ਦੇ ਲਈ ਗੁਰੂ ਨਾਨਕ ਦੇਵ ਜੀ ਨੂੰ 1486-87 ਦੇ ਵਿੱਚ ਸੁਲਤਾਨਪੁਰ ਲੋਧੀ ਵਿਖੇ ਭੇਜਿਆ। ਠੀਕ ਹੈ। ਕਿ ਉਹਨਾਂ ਨੇ ਕਿੱਥੇ ਕੰਮ ਕੀਤਾ? ਉਹਨਾਂ ਨੇ ਜਿਹੜਾ ਦੌਲਤ ਖਾਂ ਦੇ ਸਰਕਾਰੀ ਮੋਦੀ ਖਾਨੇ ਯਾਨੀ ਕਿ ਅਨਾਜ ਦੇ ਭੰਡਾਰ ਦੇ ਵਿੱਚ ਭੰਡਾਰੀ ਦੀ ਨੌਕਰੀ ਕੀਤੀ। ਯਾਦ ਰੱਖਿਓ। ਓਕੇ। ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਹੋਈ। ਕਿੱਥੇ ਪ੍ਰਾਪਤੀ ਹੋਈ? ਤਾਂ ਦੇਖੋ ਜਨਮ ਸਾਖੀਆਂ ਦੇ ਅਨੁਸਾਰ ਗੁਰੂ ਨਾਨਕ ਸਾਹਿਬ ਹਰ ਰੋਜ਼ ਇੱਕ ਵੇਈ ਨਦੀ ਦਾ ਨਾਮ ਕੀ ਹੈ? ਵੇਈ ਨਦੀ ਇਸ਼ਨਾਨ ਕਰਨ ਗਏ। ਤਾਂ ਇੱਕ ਦਿਨ ਕੀ ਹੋਇਆ? ਉਹ 3 ਦਿਨ ਘਰ ਨਹੀਂ ਮੁੜੇ ਹੈਗੇ। ਤਾਂ ਉੱਥੋਂ 3 ਦਿਨ ਅਲੋਪ ਰਹੇ। ਤਾਂ ਕਹਿਣ ਦਾ ਭਾਵ ਉਹਨਾਂ ਨੂੰ ਜਿਹੜਾ ਵਿਸਮਾਦ ਅਵਸਥਾ ਦੇ ਵਿੱਚ ਰਹਿ ਕੇ ਗਿਆਨ ਦੀ ਪ੍ਰਾਪਤੀ ਹੋਈ 1499 ਦੇ ਵਿੱਚ। ਠੀਕ ਹੈ। ਤਰੀਕ ਯਾਦ ਰੱਖਿਓ, ਗੁਰੂ ਨਾਨਕ ਦੇਵ ਜੀ ਨੂੰ 1499 ਦੇ ਵਿੱਚ ਜਿਹੜੀ ਹੈ ਗਿਆਨ ਦੀ ਪ੍ਰਾਪਤੀ ਹੋਈ ਸੀ। ਕਿੱਥੋਂ ਪ੍ਰਾਪਤ ਹੋਈ ਸੀ? ਵੇਈ ਨਦੀ ਦੇ ਵਿੱਚ। ਠੀਕ ਹੈ। ਜਿਹੜੀਆਂ ਨੇ ਉਦਾਸੀਆਂ ਕੀਤੀਆਂ ਗਈਆਂ, ਯਾਤਰਾਵਾਂ ਜਿਹਨੂੰ ਕਹਿੰਦੇ ਨੇ। ਪਹਿਲੀ ਉਦਾਸੀ ਦੇ ਵਿੱਚ ਕੀ ਹੋਇਆ? ਪਹਿਲੀ ਉਦਾਸੀ ਜਿਹੜੀ 1500 ਈਸਵੀ ਦੇ ਵਿੱਚ ਆਰੰਭ ਹੋਈ। ਕਿੱਥੇ ਗਏ? ਭਾਰਤ ਦੇ ਪੂਰਬੀ ਅਤੇ ਦੱਖਣੀ ਇਲਾਕੇ ਦੇ ਵਿੱਚ ਗਏ। ਤਾਂ ਉਸ ਸਮੇਂ ਉਹਨਾਂ ਦੇ ਨਾਲ ਕੌਣ ਸੀ? ਭਾਈ ਮਰਦਾਨਾ ਸੀਗਾ। ਠੀਕ ਹੈ, ਜੋ ਕਿ ਗੁਰੂ ਜੀ ਦਾ ਰਬਾਬੀ ਸੀ। ਪਹਿਲੀ ਉਦਾਸੀ ਕਦੋਂ ਗਏ? ਕਿਸ ਦੇ ਨਾਲ ਗਏ? ਕਿੱਥੇ ਗਏ? ਬਸ ਇਹ 3 ਚੀਜ਼ਾਂ ਜਿਹੜੀਆਂ ਨੇ ਉਹ ਯਾਦ ਰੱਖਣੀਆਂ। ਠੀਕ ਹੈ। ਤਾਂ ਉੱਥੋਂ ਜਿਹੜੀਆਂ ਨੇ ਅਲੱਗ-ਅਲੱਗ ਜਗ੍ਹਾਵਾਂ ਤੋਂ ਜਿਹੜਾ ਘੁੰਮਦੇ ਹੋਏ ਉਹਨਾਂ ਨੇ ਜਿਹੜੀ ਹੈ ਪਹਿਲੀ ਉਦਾਸੀ ਕੰਪਲੀਟ ਕੀਤੀ। ਉਸ ਤੋਂ ਬਾਅਦ ਸੈਕਿੰਡ ਉਦਾਸੀ ਦੀ ਜੇਕਰ ਗੱਲ ਕਰੀਏ ਤਾਂ ਸੈਕਿੰਡ ਉਦਾਸੀ ਉਹਨਾਂ ਨੇ ਕੀਤੀ ਹੈ ਜੀ 1514 ਈਸਵੀ ਦੇ ਵਿੱਚ। ਇੱਥੇ ਤੁਸੀਂ ਦੇਖ ਸਕਦੇ ਹੋ। ਠੀਕ ਹੈ। ਦੂਜੀ ਉਦਾਸੀ ਆਰੰਭ ਕੀਤੀ। ਫਿਰ ਉਹ ਕਿੱਥੇ ਗਏ? ਉੱਤਰ ਵੱਲ ਗਏ। ਉਹਨਾਂ ਦੇ ਨਾਲ ਕੌਣ ਸੀ? ਸਾਥ ਉਹਨਾਂ ਦਾ ਕਿਹਨੇ ਦਿੱਤਾ? ਹੱਸੂ ਨਾਂ ਦਾ ਇੱਕ ਲਾਹੌਰ ਸੀ ਤੇ ਸੀਹਾ ਨਾਂ ਦਾ ਇੱਕ ਛਿੰਬਾ ਸੀ। ਠੀਕ ਹੈ, ਜਿਹੜਾ ਕਿ ਦੂਜੀ ਉਦਾਸੀ ਦੇ ਸਮੇਂ ਉਹਨਾਂ ਦੇ ਨਾਲ। ਬਾਕੀ ਪੂਰੀ ਜਿਹੜੀ ਡਿਟੇਲ ਦੇ ਵਿੱਚ ਤੁਸੀਂ ਪੂਰਾ PDF ਪੜ੍ਹ ਲੈਣਾ। ਠੀਕ ਹੈ। ਮੈਂ ਮੇਨ ਦੱਸ ਰਹੀ ਹਾਂ ਉਦਾਸੀਆਂ ਬਾਰੇ। ਥਰਡ ਉਦਾਸੀ ਹੋਈ ਜੀ 1517 ਦੇ ਵਿੱਚ, ਜਦੋਂ ਗੁਰੂ ਨਾਨਕ ਦੇਵ ਜੀ ਨੇ ਤੀਜੀ ਉਦਾਸੀ ਆਰੰਭ ਕੀਤੀ। ਇਸ ਵਾਰ ਉਹਨਾਂ ਨੇ ਕੀ ਕੀਤਾ? ਮੁਸਲਮਾਨੀ ਹਾਜੀ ਵਾਲਾ ਨੀਲਾ ਕੱਪੜਾ ਪਹਿਨਿਆ। ਠੀਕ ਹੈ। ਮਤਲਬ ਮੁਸਲਮਾਨ ਜਿਸ ਤਰ੍ਹਾਂ ਦੇ ਕੱਪੜੇ ਪਹਿਨਦੇ ਸਨ ਤਾਂ ਉਸ ਤਰ੍ਹਾਂ ਦਾ ਉਹਨਾਂ ਨੇ ਨੀਲਾ ਪਹਿਰਾਵਾ ਧਾਰਨ ਕੀਤਾ। ਤੇ ਉਹ ਜਿਹੜੇ ਨੇ ਤੀਜੀ ਉਦਾਸੀ ਸਮੇਂ ਪੱਛਮੀ ਏਸ਼ੀਆ ਵੱਲ ਗਏ। ਉਸ ਸਮੇਂ ਉਹਨਾਂ ਦੇ ਨਾਲ ਕੌਣ ਸੀ? ਭਾਈ ਮਰਦਾਨਾ। ਠੀਕ ਹੈ। ਪਹਿਲਾ ਇੰਪੋਰਟੈਂਟ ਇੱਥੇ ਯਾਦ ਰੱਖਿਓ ਕਿ ਕਿਹੜੀ ਉਦਾਸੀ ਦੇ ਦੌਰਾਨ? ਤੀਜੀ ਉਦਾਸੀ ਦੌਰਾਨ ਉਹਨਾਂ ਨੇ ਮੁਸਲਮਾਨਾਂ ਵਾਲਾ ਜਿਹੜਾ ਪਹਿਰਾਵਾ ਹੈ ਉਹ ਧਾਰਨ ਕੀਤਾ ਸੀਗਾ। ਓਕੇ। ਤਾਂ 1521 ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਆਪਣੀ
ਆਪਣੀ ਲਾਸਟ ਉਦਾਸੀ ਜਿਹੜੀ ਹੈ ਕੰਪਲੀਟ ਕੀਤੀ। ਠੀਕ ਹੈ, ਤੇ ਲਾਸਟ ਦੇ ਦਿਨ ਉਹ ਕਿੱਥੇ ਰਹੇ? ਉਹ ਰਹੇ ਜੀ ਕਰਤਾਰਪੁਰ ਵਿਖੇ। ਠੀਕ ਹੈ, ਗੁਰੂ ਨਾਨਕ ਦੇਵ ਜੀ ਕਰਤਾਰਪੁਰ ਵਿੱਚ ਜਿਹੜਾ 1522 ਤੋਂ 39 ਤੱਕ ਰਹੇ। ਇਹ ਕੁਐਸਚਨ ਵੀ ਆਇਆ ਹੋਇਆ ਹੈ, ਆਹ ਦੇਖ ਸਕਦੇ ਹੋ ਤੁਸੀਂ, ਕੁਐਸਚਨ ਵੀ ਆਇਆ ਹੈ। ਠੀਕ ਹੈ, ਗੁਰੂ ਨਾਨਕ ਦੇਵ ਜੀ ਨੇ ਜ਼ਿੰਦਗੀ ਦੇ ਆਖਰੀ ਦਿਨ ਕਿੱਥੇ ਗੁਜ਼ਾਰੇ? ਤਾਂ ਇਹ ਗੁਜ਼ਾਰੇ ਸੀ ਜੀ ਕਰਤਾਰਪੁਰ ਵਿਖੇ। ਠੀਕ ਹੈ, ਇਸ ਤਰ੍ਹਾਂ ਕੁਐਸਚਨ ਬਣ ਸਕਦਾ ਹੈ। ਓਕੇ, ਤਾਂ ਉਸ ਤੋਂ ਬਾਅਦ ਉਹਨਾਂ ਨੇ ਕਾਫੀ ਸਾਰੀਆਂ ਬਾਣੀਆਂ ਦੀ ਰਚਨਾ ਕੀਤੀ ਅਤੇ ਫਿਰ 22 ਸਤੰਬਰ 1539 ਨੂੰ ਉਹ ਜਿਹੜੇ ਨੇ ਜੋਤੀ ਜੋਤ ਸਮਾ ਗਏ। ਠੀਕ ਹੈ, ਤਾਂ ਇਹ ਉਹਨਾਂ ਦੇ ਜਿਹੜਾ ਜਨਮ ਬਾਰੇ, ਉਹਨਾਂ ਦੇ ਉਦਾਸੀਆਂ ਬਾਰੇ ਆਪਾਂ ਨੂੰ ਜਿਹੜੀ ਹੈ ਦੱਸਿਆ ਗਿਆ ਸੀ। ਉਸ ਤੋਂ ਬਾਅਦ ਉਹਨਾਂ ਦੇ ਪਰਮਾਤਮਾ ਬਾਰੇ ਵਿਚਾਰ ਦੱਸੇ ਗਏ ਨੇ, ਸਿੱਖਿਆਵਾਂ। ਜੇਕਰ ਇਸ ਚੈਪਟਰ ਦੇ MCQ ਦੇਖੀਏ ਤਾਂ ਪਹਿਲਾ ਕੁਐਸਚਨ ਹੈ, ਗੁਰੂ ਨਾਨਕ ਦੇਵ ਜੀ ਕਿਸ ਦੇ ਮੋਦੀਖਾਨੇ ਵਿੱਚ ਨੌਕਰੀ ਕੀਤੀ? ਤਾਂ ਦੌਲਤ ਖਾਨ ਲੋਧੀ ਦੇ ਮੋਦੀਖਾਨੇ ਦੇ ਵਿੱਚ ਨੌਕਰੀ ਕੀਤੀ ਸੀ ਉਹਨਾਂ ਨੇ। ਠੀਕ ਹੈ, ਸੱਜਣ ਠੱਗ ਨਾਲ ਗੁਰੂ ਜੀ ਦੀ ਮੁਲਾਕਾਤ ਕਿੱਥੇ ਹੋਈ? ਤਲੰਬਾ ਵਿਖੇ ਹੋਈ, ਇਹ ਯਾਦ ਰੱਖਿਓ। ਹੇਠ ਲਿਖਿਆ ਵਿੱਚੋਂ ਕਿਹੜੀ ਬਾਣੀ ਗੁਰੂ ਨਾਨਕ ਦੇਵ ਜੀ ਦੁਆਰਾ ਰਚੀ ਗਈ ਨਹੀਂ ਹੈਗੀ? ਤਾਂ ਜਪਜੀ ਸਾਹਿਬ, ਵਾਰਮਾਜ, ਵਾਰਾਸਾ ਉਹਨਾਂ ਦੁਆਰਾ ਲਿਖੀ ਗਈ ਹੈ। ਜਾਪ ਸਾਹਿਬ ਜਿਹੜਾ ਹੈ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲਿਖੀ ਗਈ ਹੈ। ਤਾਂ ਇਹ ਜਿਹੜਾ ਆਪਸ਼ਨ ਜਿਹੜਾ ਸਹੀ ਆਨਸਰ ਹੈ। ਠੀਕ ਹੈ, ਉਸ ਤੋਂ ਬਾਅਦ ਹੈ, ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ, ਇਹ ਕਿਹਨਾਂ ਨੇ ਕਿਹਾ ਸੀ? ਤਾਂ ਇਹ ਗੁਰੂ ਨਾਨਕ ਦੇਵ ਜੀ ਦੇ ਲਫ਼ਜ਼ ਸਨ, ਉਹਨਾਂ ਨੇ ਕਿਹਾ ਸੀ। ਠੀਕ ਹੈ, ਉਹਨਾਂ ਦਾ ਜਨਮ ਕਿੱਥੇ ਹੋਇਆ ਸੀ? ਤਾਂ ਸ਼ੇਖਪੁਰਾ ਦਾ ਜਿਹੜਾ ਇਹ ਜ਼ਿਲ੍ਹਾ ਸੀਗਾ, ਉੱਥੇ ਉਹਨਾਂ ਦਾ ਜਨਮ ਹੋਇਆ ਸੀ। ਗੁਰੂ ਨਾਨਕ ਦੇਵ ਜੀ ਦੇ ਪਿਤਾ ਕਿਸ ਭੱਟੀ ਜਾਗੀਰਦਾਰ ਕੋਲ ਪਟਵਾਰੀ ਸਨ? ਤਾਂ ਉਹ ਹੈਗੇ ਸੀ ਜੀ ਰਾਏ ਬੁਲਾਰ ਕੋਲ। ਠੀਕ ਹੈ, ਦੇਵਨਾਗਰੀ ਅਤੇ ਗਣਿਤ ਦੇ ਲਈ ਉਹਨਾਂ ਨੂੰ ਕਿੱਥੇ ਭੇਜਿਆ ਗਿਆ? ਤਾਂ ਉਹਨਾਂ ਨੂੰ ਭੇਜਿਆ ਗਿਆ ਜੀ ਪੰਡਤ ਗੋਪਾਲ ਜੀ ਕੋਲ। ਠੀਕ ਹੈ, ਸੰਸਕ੍ਰਿਤ ਦੀ ਵਿੱਦਿਆ ਕਿਸ ਤੋਂ ਪ੍ਰਾਪਤ ਕੀਤੀ? ਤਾਂ ਇਹ ਕੀਤੀ ਜੀ ਪੰਡਤ ਬ੍ਰਿਜ ਲਾਲ ਤੋਂ। ਉਸ ਤੋਂ ਬਾਅਦ ਫਾਰਸੀ ਪੜ੍ਹਨ ਦੇ ਲਈ ਉਹ ਗਏ ਮੌਲਵੀ ਕੁਤਬਦੀਨ ਕੋਲ। ਤਾਂ ਇਹ ਤਿੰਨ ਜਿਹੜੇ ਨੇ ਨਾਮ ਯਾਦ ਰੱਖਿਓ। ਜਨੇਊ ਪਹਿਨਣ ਦੇ ਲਈ ਜਿਹੜਾ ਕਿਸ ਨੂੰ ਬੁਲਾਇਆ ਗਿਆ ਸੀ? ਪੰਡਤ ਹਰਦਿਆਲ ਨੂੰ। ਇਹ ਵੀ ਕੁਐਸਚਨ ਇੰਪੋਰਟੈਂਟ ਹੈ। ਠੀਕ ਹੈ, ਨਿੱਤ ਦੇ ਉਲੰਬਿਆਂ ਤੋਂ ਤੰਗ ਆ ਕੇ ਮਹਿਤਾ ਕਾਲੂ ਜੀ ਨੇ ਕੀ ਕੀਤਾ? ਗੁਰੂ ਜੀ ਨੂੰ ਕਿਹੜਾ ਕੰਮ ਸੌਂਪਿਆ? ਤਾਂ ਉਹ ਸੌਂਪਿਆ ਜੀ ਖੇਤੀ ਕਰਨ ਦਾ। ਉਹਨਾਂ ਨੇ ਕਾਫੀ ਤਰ੍ਹਾਂ ਦੇ ਕੰਮ ਜਿਹੜੇ ਨੇ ਉਹ ਕੀਤੇ ਸੀਗੇ। ਜੈਰਾਮ ਕੌਣ ਸੀ? ਬੀਬੀ ਨਾਨਕੀ ਜੀ ਦੇ ਜਿਹੜੇ ਨੇ ਉਹ ਪਤੀ ਸਨ। ਠੀਕ ਹੈ, ਕਹਿੰਦਾ ਭਾਵ ਗੁਰੂ ਨਾਨਕ ਦੇਵ ਜੀ ਦੇ ਭਣਵਈਆ ਸਨ। ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਕਦੋਂ ਹੋਈ? 1499 ਈਸਵੀ ਦੇ ਵਿੱਚ। ਭਾਈ ਮਰਦਾਨਾ ਜੀ ਕੌਣ ਸਨ? ਗੁਰੂ ਨਾਨਕ ਦੇਵ ਜੀ ਦੇ ਰਬਾਬੀ ਸਨ। ਸੈਯਦਪੁਰ ਦਾ ਦੂਜਾ ਨਾਮ ਹੈਗਾ ਸੀ ਜੀ ਐਮਨਾਬਾਦ, ਯਾਦ ਰੱਖਿਓ। ਠੀਕ ਹੈ, ਉੱਥੇ ਵੀ ਉਦਾਸੀ ਸਮੇਂ ਉਹ ਗਏ ਸਨ। ਗੁਰੂ ਜੀ ਨੇ ਲੋਕਾਂ ਨੂੰ ਸੂਰਜ ਵੱਲ ਮੂੰਹ ਕਰਕੇ ਆਪਣੇ ਪਿੱਤਰਾਂ ਨੂੰ ਪਾਣੀ ਦਿੰਦੇ ਹੋਏ ਕਿੱਥੇ ਦੇਖਿਆ? ਹਰਿਦੁਆਰ। ਤਾਂ ਇਹ ਜਦੋਂ ਤੁਸੀਂ ਉਦਾਸੀਆਂ ਵਾਲਾ, ਮੈਂ ਜਦੋਂ ਤੁਹਾਨੂੰ ਮੇਨ ਦੱਸ ਰਹੀ ਸੀ ਨਾ, ਉਦਾਸੀਆਂ ਨੂੰ ਜਦੋਂ ਤੁਸੀਂ ਪੂਰਾ ਡੀਪਲੀ ਪੜ੍ਹੋਗੇ, ਡੈਪਥ 'ਚ ਪੜ੍ਹੋਗੇ, ਉਦੋਂ ਤੁਹਾਨੂੰ ਇਹ ਕੁਐਸਚਨ ਜਿਹੜੇ ਨੇ ਸਮਝ ਆ ਜਾਣਗੇ। ਠੀਕ ਹੈ, ਤਾਂ ਇਹ ਪੂਰਾ PDF ਮੈਂ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਵਿੱਚ ਪ੍ਰੋਵਾਈਡ ਕਰਵਾ ਦੇਵਾਂਗੀ। ਅਤੇ ਇੱਕ ਕੁਐਸਚਨ ਇਹ ਵੀ ਯਾਦ ਰੱਖੋ ਕਿ ਪੀਰ ਬੁੱਢਨ ਸ਼ਾਹ ਨਾਲ ਗੁਰੂ ਜੀ ਦੀ ਮੁਲਾਕਾਤ ਕਿੱਥੇ ਹੋਈ? ਤਾਂ ਇਹ ਹੋਈ ਜੀ ਹਿਮਾਚਲ ਪ੍ਰਦੇਸ਼ ਦੇ ਵਿੱਚ। ਤਾਂ ਇਹ ਸੀਗੀ ਜੀ ਅੱਜ ਦੀ 2 ਚੈਪਟਰ। ਨੈਕਸਟ ਵੀਡੀਓ ਦੇ ਵਿੱਚ ਆਪਾਂ ਜਿਹੜਾ ਚੈਪਟਰ ਕਰਾਂਗੇ ਉਹ ਕਰਾਂਗੇ ਜੀ ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਯੋਗਦਾਨ। ਠੀਕ ਹੈ, ਤਾਂ ਇਹ ਸੀਗੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ, ਨਾਲ ਦੀ ਨਾਲ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲੈਣਾ ਤਾਂ ਕਿ ਆਉਣ ਵਾਲੀ ਵੀਡੀਓਜ਼ ਜਿਹੜੇ ਨੋਟੀਫਿਕੇਸ਼ਨ ਹੈ ਤੁਹਾਨੂੰ ਟਾਈਮ ਸਿਰ ਮਿਲ ਸਕਣ। ਠੀਕ ਹੈ, ਲਿੰਕ ਤੁਹਾਨੂੰ ਟੈਲੀਗ੍ਰਾਮ ਗਰੁੱਪ ਦਾ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ। ਅਤੇ ਮੈਨੂੰ ਜ਼ਰੂਰ ਦੱਸਿਓ ਕਿ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ। ਬਾਕੀ ਜੇਕਰ ਕਿਸੇ ਪੁਆਇੰਟ ਨੂੰ ਲੈ ਕੇ ਜਾਂ ਕਿਸੇ ਕੁਐਸਚਨ ਨੂੰ ਲੈ ਕੇ ਤੁਹਾਡਾ ਡਾਊਟ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਲੈਣਾ। ਠੀਕ ਹੈ, ਵਾਲੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਨਾ। ਵੀਡੀਓ ਦੇਖਣ ਦੇ ਲਈ ਤੁਹਾਡਾ ਧੰਨਵਾਦ। ਥੈਂਕ ਯੂ।